ਦੋਹਰਾ ਨੰਦ ਚੰਦ ਕੀ ਬਾਰਤਾ ਸੁਨੀਏ ਪਇਓ ਬਿਨਾਸ ਰਾਖੇ ਪੀਸੋ ਨਾ ਰਹੇ ਭਾਵੀ ਪਈ ਪ੍ਰਕਾਸ਼। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਤੁਤ ਕ੍ਰਿਸ਼ਟ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ 'ਚ ਜੁੜ ਬੈਠੇ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਜਿਨ ਕੇ ਭਾਗ ਬੜੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਨਤਾ ਪ੍ਰਤੀ ਗੁਰੂ ਚਰਨਾਂ 'ਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੇ ਦਰਸ਼ਨ ਕਰਕੇ ਆਪਣੇ ਜੀਵਨ ਦਾ ਮੁੱਖ ਪ੍ਰਯੋਜਨ ਸਿੱਧ ਕਰ ਰਹੇ। ਪ੍ਰਯੋਜਨ ਵਿਹੂਣਾ ਮਨੁੱਖ ਦਾ ਜੀਵਨ ਇੱਕ ਐਸੀ ਯਾਤਰਾ ਹੈ ਕਿ ਯਾਤਰਾ ਕਰਤਾ ਰਹੇ ਹਾਂ ਪਰ ਕੋਈ ਮੰਜ਼ਿਲ ਨਹੀਂ ਹੈ। ਪਰ ਅਗਰ ਪ੍ਰਯੋਜਨ ਦੀ ਸਮਝ ਆ ਜਾਏ ਕਿ ਮਨੁੱਖੀ ਜੀਵਨ ਦਾ ਪ੍ਰਯੋਜਨ ਕੀ ਹੈ ਤਾਂ ਇੱਕ ਮੰਜ਼ਿਲ ਸਥਾਪਿਤ ਹੋ ਜਾਂਦੀ ਹੈ। ਉਹ ਯਾਤਰਾ ਕਿਤੇ ਨਾ ਕਿਤੇ ਜਾ ਕੇ ਮੁੱਕਦੀ ਹੈ ਤੇ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦਾ। ਮੰਜ਼ਿਲ ਵਿਹੂਣੇ ਮਨੁੱਖ ਦੀ ਯਾਤਰਾ ਚੱਲਦੀ ਰਹਿੰਦੀ ਹੈ, ਜਨਮ ਦਰ। ਉਹ ਯਾਤਰਾ ਮੁੱਕਣ ਦਾ ਨਾਂ ਨਹੀਂ ਲੈਂਦੀ। ਸੰਗਤ ਵਿੱਚ ਅਸੀਂ ਜਦੋਂ ਜੁੜਦੇ ਹਾਂ, ਇਕੱਤਰ ਹੁੰਦੇ ਹਾਂ, ਸਾਨੂੰ ਸਾਡੀ ਜ਼ਿੰਦਗੀ ਦਾ ਪ੍ਰਯੋਜਨ ਸਮਝ ਆਉਂਦਾ। ਸਾਡਾ ਪ੍ਰਯੋਜਨ ਕੀ ਹੈ, ਪ੍ਰਾਣੀ ਮਾਤਰ ਦਾ ਪ੍ਰਯੋਜਨ ਕੀ ਹੈ, ਔਰ ਉਸ ਪ੍ਰਯੋਜਨ ਨੂੰ ਕਿਵੇਂ ਸਿੱਧ ਕੀਤਾ ਜਾ ਸਕਦਾ। ਉਹ ਬੋਧ ਗੁਰੂ ਕੀ ਸੰਗਤ ਵਿੱਚੋਂ ਪ੍ਰਾਪਤ ਹੁੰਦਾ। ਆਪਾਂ ਸਾਰੇ ਗੁਰੂ ਚਰਨਾਂ 'ਚ ਜੁੜ ਬੈਠੇ ਹਾਂ। ਸਾਹਿਬੇ ਕਮਾਲ ਕਲਗੀਧਰ ਜੀ ਦਾ ਪਾਵਨ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ। ਭਾਈ ਬਖਤਮਲ ਜੀ, ਭਾਈ ਫੇਰੂ ਜੀ ਨੂੰ ਗਰੀਬ ਨਵਾਜ ਸਾਹਿਬ ਜੀ ਨੇ ਬਖਸ਼ਿਸ਼ਾਂ ਕੀਤੀਆਂ ਹਨ। ਖੋਟੀ ਬਿਰਤੀ ਦੇ ਜਿਹੜੇ ਮਸੰਦ ਨੇ, ਉਹਨਾਂ ਮਸੰਦਾਂ ਨੂੰ ਸੋਧਾ ਲਾਇਆ। ਆਓ ਗੁਰੂ ਘਰ ਦੇ ਇੱਕ ਸੇਵਕ ਦੀਵਾਨ ਭਾਈ ਨੰਦ ਚੰਦ ਜੀ, ਜੋ ਡਰੋਲੀ ਦੇ ਰਹਿਣ ਵਾਲੇ ਭਾਈ ਉਮਰ ਸ਼ਾਹ ਜੀ ਦੇ ਪੋਤਰੇ ਸਨ, ਉਹਨਾਂ ਦੀ ਕਥਾ ਮਹਾਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ। ਮਨ ਔਰ ਬਿਰਤੀਆਂ ਇਕਾਗਰ ਕਰਕੇ ਕਲਗੀਧਰ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰੀਏ। ਆਪ ਦੇ ਜੀਵਨ ਦੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨੰਦ ਚੰਦ ਕੀ ਬਾਰਤਾ ਸੁਨੀਏ ਪਇਓ ਬਿਨਾਸ। ਭਾਈ ਸਾਹਿਬ ਸਾਨੂੰ ਸਾਰਿਆਂ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ, ਐ ਸਤ ਸੰਗਿਓ ਸੁਣੋ, ਤੁਹਾਨੂੰ ਦੀਵਾਨ ਭਾਈ ਨੰਦ ਚੰਦ ਜੀ ਦੀ ਜਿਹੜੀ ਵਾਰਤਾ ਹੈ
ਉਹ ਸੁਣਾਉਂਦੇ ਹਾਂ ਕਿ ਕਿਵੇਂ ਭਾਈ ਨੰਦ ਚੰਦ ਜੀ ਦਾ ਵਿਨਾਸ਼ ਹੋਇਆ। ਭਾਈ ਨੰਦ ਚੰਦ ਜੀ ਕਿਵੇਂ ਭਰਮ ਵਿੱਚ ਆ ਕੇ ਭਰਮੇ ਹਨ, ਉਹ ਕਥਾ ਆਪ ਜੀ ਨੂੰ ਸਰਵਣ ਕਰਾਉਂਦੇ ਹਾਂ। ਰਾਖੇ ਪੀਸੋ ਨਾ ਰਹੇ, ਭਾਵੀ ਭਈ ਪ੍ਰਕਾਸ਼। ਭਾਈ ਨੰਦ ਚੰਦ ਜੀ ਉਹਨਾਂ ਮਸੰਦਾਂ ਚੋਂ ਇੱਕ ਸਨ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਰੱਖ ਲਿਆ ਸੀ, ਪਰ ਰੱਖਣ ਦੇ ਬਾਵਜੂਦ ਵੀ ਨਹੀਂ ਰਹਿ ਸਕੇ। ਭਾਵੀ ਇਹੋ ਜੀ, ਹੋਣੀ ਇਹੋ ਜੀ ਸੀ। ਉਸ ਹੋਣੀ ਦਾ, ਉਸ ਭਾਵੀ ਦਾ ਇਹੋ ਜਿਹਾ ਪ੍ਰਕਾਸ਼ ਹੋਇਆ ਕਿ ਏਡਾ ਵੱਡਾ ਮਹਾਨ ਸਿੱਖ ਦੀਵਾਨ ਨੰਦ ਚੰਦ ਵੀ ਡੋਲ ਗਿਆ। ਭਾਈ ਦੀਵਾਨ ਨੰਦ ਚੰਦ ਜੀ, ਪਿੱਛੇ ਕਥਾ ਆਪ ਜੀ ਨੇ ਸੁਣੀ ਹੈ ਕਿ ਪੌਂਟਾ ਸਾਹਿਬ ਜਦੋਂ ਗੁਰਦੇਵ ਨੇ 1.25 ਲੱਖ ਦਾ ਤੰਬੋਲ ਦੇ ਕੇ ਭੇਜਿਆ ਤੇ ਦੀਵਾਨ ਨੰਦ ਚੰਦ ਜੀ ਗਏ ਸੀ ਸ਼੍ਰੀਨਗਰ। ਗੁਰੂ ਪਾਤਸ਼ਾਹ ਨੇ ਖੁਸ਼ ਹੋ ਕੇ ਇਹਨਾਂ ਨੂੰ ਦੀਵਾਨ ਦੀ ਪਦਵੀ ਦਿੱਤੀ ਸੀ। ਭੰਗਾਣੀ ਦੇ ਜੰਗ ਵਿੱਚ ਬੜੀ ਖੂਬੀ ਨਾਲ, ਬੜੀ ਬਹਾਦਰੀ ਨਾਲ ਲੜੇ, ਪਰ ਜਿਹੜੀ ਹੋਣੀ ਹੁੰਦੀ ਹੈ ਨਾ, ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਵੀ ਕੁਝ ਕਰਮ ਐਸੇ ਅੱਗੇ ਆ ਜਾਂਦੇ ਨੇ, ਕਿਉਂਕਿ ਪਰਾਲਬਧ ਜਿਹੜੀ ਹੈ ਨਾ, ਇਹ ਮਿਟਦੀ ਨਹੀਂ ਹੈ। ਭੋਗੇ ਬਿਨ ਨਾਸੇ ਨਹੀਂ, ਕਰਮ ਗਤੀ ਬਲਵਾਨ। ਹੋਣੀ ਆ ਗਈ, ਭਾਵੀ ਇਹੋ ਜੀ ਆ ਗਈ ਜਦੋਂ, ਕਿਉਂਕਿ ਹੰਕਾਰ ਆ ਜਾਏ ਨਾ ਤੇ ਹੰਕਾਰ ਵੱਡਿਆਂ ਵੱਡਿਆਂ ਨੂੰ ਭ੍ਰਸ਼ਟ ਕਰ ਦਿੰਦਾ। ਹਰਜੂ ਹੰਕਾਰ ਨਾ ਭਾਵਹੀ, ਵੇਦ ਕੂਕ ਸੁਣਾਵੈ। ਹਰੀ ਨੂੰ ਹੰਕਾਰ ਨਹੀਂ ਚੰਗਾ ਲੱਗਦਾ। ਇਹ ਜਿਹੜਾ ਹੰਕਾਰ ਹੈ, ਜਦੋਂ ਕਿਸੇ ਦੇ ਹਿਰਦੇ ਚ ਆ ਜਾਏ ਤਾਂ ਉਹ ਭ੍ਰਸ਼ਟ ਹੋ ਜਾਂਦਾ ਹੈ। ਕਹਿੰਦੇ ਨੰਦ ਚੰਦ ਤੇ ਵੀ ਭਾਵੀ ਆ ਗਏ, ਤੇ ਉਸ ਭਾਵੀ ਨੇ ਕਿਵੇਂ ਨੰਦ ਚੰਦ ਦਾ ਵਿਨਾਸ਼ ਕੀਤਾ, ਉਹ ਆਪ ਸਾਰੇ ਸਤਸੰਗੀ ਸੁਣੋ। ਚੋਪਈ ਉਤੇ ਉਦਾਸੀ ਸਾਧ ਸੁਜਾਨਾ। ਉਦਾਸੀ ਸੰਤ, ਉਦਾਸੀ ਕੁਝ ਸਾਧੂ ਸਨ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖਣ ਦੀ ਸੇਵਾ ਬਹੁਤੇ ਉਦਾਸੀ ਸੰਤਾਂ ਨੇ ਕੀਤੀ। ਉਦਾਸੀ ਮਹਾਂਪੁਰਸ਼ਾਂ ਨੇ ਲਿਟਰੇਚਰ ਲਿਖਿਆ, ਸਾਡਾ ਇਤਿਹਾਸ ਲਿਖਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਸਰੂਪ ਇਹਨਾਂ ਮਹਾਂਪੁਰਸ਼ਾਂ ਨੇ ਲਿਖੇ ਨੇ। ਕੁਝ ਲੋਕ ਉਦਾਸੀ ਸਾਧੂ ਸਨ ਜੋ ਬੜੇ ਸਿਆਣੇ ਸੂਝਵਾਨ ਗੁਰੂ ਦੇ ਪਿਆਰੇ ਸਨ। ਲਿਖਿਓ ਗ੍ਰੰਥ ਸਾਹਿਬ ਨਿਜ ਪਾਨਾ। ਇਹਨਾਂ ਉਦਾਸੀ ਸੰਤਾਂ ਨੇ ਆਪਣੇ ਹੱਥੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖੀ। ਮਹਾਰਾਜ ਜੀ ਦਾ ਸਰੂਪ ਉਹ ਆਪਣੇ ਹੱਥੀਂ ਲਿਖਿਆ। ਪੂਰਨ ਕਰ ਆਨੰਦਪੁਰ ਆਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੰਪੂਰਨ ਕਰਕੇ ਰਾਗਮਾਲਾ ਦੇ ਸਾਹਿਤ, ਉਹ ਸਰੂਪ ਲੈ ਕੇ ਉਦਾਸੀ ਸੰਤ ਸ੍ਰੀ ਆਨੰਦਪੁਰ ਸਾਹਿਬ ਕਲਗੀਧਰ ਜੀ ਦੇ ਕੋਲ ਆਏ। ਇੱਕ ਤੋਂ ਦਰਸ਼ਨ ਚਾਓ ਬਿਰਧਾਏ। ਇੱਕ ਤਾਂ ਇਹਨਾਂ ਉਦਾਸੀ ਸੰਤਾਂ ਦੇ ਮਨ ਵਿੱਚ ਸਤਿਗੁਰੂ ਜੀ ਦੇ ਦਰਸ਼ਨਾਂ ਦਾ ਚਾਅ ਸੀ ਕਿ ਕਲਗੀਧਰ ਜੀ ਦੇ ਜਾ ਕੇ ਦਰਸ਼ਨ ਕਰਾਂਗੇ। ਦੁਤੀਏ ਅੱਖਰ ਸਤਿਗੁਰ ਕਰਕੇ। ਦੂਜਾ ਇਹਨਾਂ ਦੇ ਮਨ ਦਾ ਇਹ ਸੰਕਲਪ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਿਆ ਗਿਆ, ਇਹਦੇ ਤੇ ਗੁਰੂ ਸਾਹਿਬ ਜੀ ਦੇ ਦਸਤਖਤ ਕਰਾ ਲਈਏ। ਦਸਤਖਤ ਕਿਵੇਂ ਹੁੰਦੇ ਸੀ? ਗੁਰੂ ਸਾਹਿਬ ਜਾਂ ਤਾਂ ਆਪਣੀ ਕਲਮ ਨਾਲ ਮੂਲ ਮੰਤਰ ਲਿਖ ਦਿੰਦੇ ਸੀ। ਹੁਣ ਵੀ ਬਹੁਤ ਸਾਰੀਆਂ ਹੱਥ ਲਿਖਤ ਬੀੜਾਂ ਜਿਹੜੀਆਂ ਪੁਰਾਤਨ ਨੇ, ਉਹਨਾਂ ਵਿੱਚ ਗੁਰੂ ਸਾਹਿਬ ਜੀ ਦੇ ਹੱਥਾਂ ਦੇ ਲਿਖੇ ਹੋਏ ਸੈਨ ਨੇ। ਸਤਿਗੁਰੂ ਜੀ ਦਸਤਖਤ ਮੂਲ ਮੰਤਰ ਨਾਲ ਕਰਦੇ ਸਨ। ਤੋਂ ਬਹੁਤ ਸਾਰੀਆਂ ਬੀੜਾਂ ਵਿੱਚ ਜਿਵੇਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਸਤਖਤ ਮਿਲਦੇ ਨੇ, ਕਈ ਬੀੜਾਂ ਵਿੱਚ 9ਵੇਂ ਪਾਤਸ਼ਾਹ ਦੇ, 10ਵੇਂ ਪਾਤਸ਼ਾਹ ਦੇ। ਉਹਦੇ ਨਾਲ ਕੀ ਹੁੰਦਾ ਸੀ ਵੀ ਉਹ ਬੀੜ ਪ੍ਰਵਾਨ ਹੋ ਜਾਂਦੀ ਸੀ, ਪੰਥ ਦੇ ਵਿੱਚ ਪੜਨ ਯੋਗ ਹੋ ਜਾਂਦੀ ਸੀ ਵੀ ਇਹਨੂੰ ਗੁਰੂ ਸਾਹਿਬ ਨੇ ਪ੍ਰਵਾਨ ਕਰ ਲਿਆ। ਉਹ ਪ੍ਰਮਾਣਕ ਬੀੜਾਂ ਬਣ ਜਾਂਦੀਆਂ। ਹੁਣ ਵੀ ਬਹੁਤ ਸਾਰੀਆਂ ਬੀੜਾਂ ਜਿਹੜੀਆਂ ਨੇ ਮਹਾਰਾਜ ਜੀ ਦੀਆਂ ਪ੍ਰਮਾਣਕ ਨੇ। ਦਸਮ ਗ੍ਰੰਥ ਸਾਹਿਬ ਦੇ ਕੁਝ ਸਰੂਪ ਨੇ, ਜਿਵੇਂ ਭਾਈ ਮਨੀ ਸਿੰਘ ਜੀ ਦਾ ਸਰੂਪ ਹੈ, ਉਹਦੇ ਵਿੱਚ ਗੁਰੂ ਕਲਗੀਧਰ ਜੀ ਦੇ ਹੱਥਾਂ ਦੇ ਲਿਖੇ ਹੋਏ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਿਕਸਤਾ ਬੋਲੀ ਦੇ ਵਿੱਚ, ਸ਼ਿਕਸਤਾ ਅੱਖਰਾਂ ਦੇ ਵਿੱਚ ਲਿਖਿਆ ਕਰਦੇ ਸੀ। 10ਵੇਂ ਪਾਤਸ਼ਾਹ ਦੀ ਜਿਹਦੀ ਲੇਖਣੀ ਸੀ ਨਾ, ਉਹ ਸ਼ਿਕਸਤਾ ਸੀ। ਸ਼ਿਕਸਤਾ ਲੇਖਣੀ ਦੇ ਵਿੱਚ ਉਹ ਲੰਮੀਆਂ ਲੰਮੀਆਂ ਜੀਆਂ ਡੰਡੀਆਂ ਸਿਹਾਰੀਆਂ ਉਹ
ਆਮ ਕਰਕੇ ਪੜ੍ਹੀਆਂ ਨਹੀਂ ਜਾ ਸਕਦੀਆਂ। ਮਹਾਰਾਜ ਜੀ ਇਦਾਂ ਲਿਖਦੇ ਸੀ, ਇਦਾਂ ਜਾਪਦਾ ਸੀ ਜਿਵੇਂ ਤੀਰ ਨੇ। ਤੋ ਕੁਝ ਖਾਸ ਬੀੜਾਂ ਉਹਨਾਂ ਨੂੰ ਕਹਿੰਦੇ ਨੇ, ਉਹਦੇ ਚ ਖਾਸ ਪੱਤਰੇ ਕਹੇ ਜਾਂਦੇ ਨੇ ਜਿਹੜੇ ਗੁਰੂ ਸਾਹਿਬਾਂ ਜੀ ਦੇ ਆਪਣੇ ਹੱਥਾਂ ਦੇ ਲਿਖੇ ਹੋਏ। ਤੋ ਉਦਾਸੀ ਸੰਤਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਿਆ, ਉਹਨੂੰ ਪ੍ਰਮਾਣਿਕ ਕਰਾਉਣ ਲਈ ਕਿ ਕਲਗੀਧਰ ਜੀ ਦੀ ਉਹਦੇ ਤੇ ਸਹੀ ਪੈ ਜਾਏ, ਮਹਾਰਾਜ ਜੀ ਉਹਦੇ ਤੇ ਦਸਤਖਤ ਕਰ ਦੇਣ ਤਾਂ ਜੋ ਪ੍ਰਵਾਨ ਹੋ ਜਾਏ। ਉਹ ਸਰੂਪ ਲੈ ਕੇ ਉਦਾਸੀ ਸੰਤ ਸ੍ਰੀ ਅਨੰਦਪੁਰ ਸਾਹਿਬ ਆਏ। ਲਿਖਵੇ ਹੈ ਟਿਗ ਬਿਨਤੀ ਕਰਕੇ। ਸਰੂਪ ਲੈ ਕੇ ਪਹੁੰਚੇ, ਮਨ 'ਚ ਇੱਛਾ ਸੀ ਕਿ ਨਾਲੇ ਸਤਿਗੁਰੂ ਜੀ ਦੇ ਦਰਸ਼ਨ ਕਰ ਲਵਾਂਗੇ, ਨਾਲੇ ਇਸ ਸਰੂਪ ਤੇ ਮਹਾਰਾਜ ਜੀ ਦੀ ਸਹੀ ਪਵਾ ਲਵਾਂਗੇ, ਮਹਾਰਾਜ ਜੀ ਦੇ ਦਸਤਖਤ ਕਰਵਾ ਲਵਾਂਗੇ। ਆਨੰਦ ਚੰਦ ਕੋ ਮਿਲੇ ਸੁਆਏ। ਹੁਣ ਗੁਰੂ ਘਰ ਦੇ ਮੁਖੀ ਸਿੱਖਾਂ ਵਿੱਚੋਂ ਜਿਹੜੇ ਆਗੂ ਸਨ, ਉਹਨਾਂ ਵਿੱਚੋਂ ਦੀਵਾਨ ਆਨੰਦ ਚੰਦ ਜੀ ਸੀ। ਇਹ ਦੋਵੇਂ ਉਦਾਸੀ ਸੰਤ ਭਾਈ ਆਨੰਦ ਚੰਦ ਜੀ ਨੂੰ ਆ ਕੇ ਮਿਲੇ। ਨਿਜ ਕਾਰਜ ਕੋ ਦਿਓ ਸੁਨਾਏ। ਇਹਨਾਂ ਨੇ ਆਪਣਾ ਜਿਹੜਾ ਕਾਰਜ ਸੀ ਉਹ ਦੱਸਿਆ ਕਿ ਅਸੀਂ ਬੜੀ ਮਿਹਨਤ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਿਖੇ ਹਨ। ਲਿਖਿਓ ਗ੍ਰੰਥ ਸਾਹਿਬ ਹਮ ਆਛੇ। ਔਰ ਬੜੇ ਸੋਹਣੇ ਢੰਗ ਨਾਲ ਇੱਕ ਇੱਕ ਅੱਖਰ ਦੀ ਬੜੀ ਮਿਹਨਤ ਕਰਕੇ ਸੁਧਾਈ ਨਾਲ ਉਹਦੀਆਂ ਲਗ ਮਾਤਰਾਵਾਂ ਦਾ, ਕਿਉਂਕਿ ਗੁਰਬਾਣੀ ਪੜਨ ਨਾਲੋਂ ਗੁਰਬਾਣੀ ਲਿਖਣਾ ਹੋਰ ਔਖਾ ਹੈ। ਲਿਖਣ ਦੇ ਵਿੱਚ ਤਾਂ ਕੋਈ ਸਿਆਰੀ ਨਹੀਂ ਛੱਡ ਸਕਦੇ, ਕੋਈ ਔਂਕੜ ਨਹੀਂ ਛੱਡ ਸਕਦੇ, ਪੂਰੀਆਂ ਲਗ ਮਾਤਰਾਵਾਂ ਦਾ ਖਿਆਲ ਰੱਖਣਾ ਪੈਂਦਾ। ਕਹਿੰਦੇ ਜੀ ਅਸੀਂ ਬੜੀ ਭਾਰੀ ਮਸ਼ੱਕਤ ਘਾਲ ਕੇ ਮਿਹਨਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਿਆ ਹੈ। ਦਸਖਤ ਪ੍ਰਭ ਕੇ ਇਸ ਮੈਂ ਬਾਛੇ। ਔਰ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸਰੂਪ ਹੈ ਇਹ ਪੰਥ 'ਚ ਪ੍ਰਮਾਣਿਕ ਹੋਵੇ। ਇਹਦੇ ਲਈ ਅਸੀਂ ਵੀ ਕਲਗੀਧਰ ਜੀ ਦੇ ਹੱਥਾਂ ਦੀ ਸਹੀ ਪਵਾਉਣਾ ਚਾਹੁੰਦੇ ਹਾਂ ਕਿ ਕਲਗੀਧਰ ਜੀ ਆਪ ਆਪਣੇ ਹੱਥਾਂ ਨਾਲ ਇਹਦੇ 'ਚ ਸਹੀ ਪਾ ਦੇਣ, ਯਾਨੀ ਕਿ ਦਸਤਖਤ ਕਰ ਦੇਣ। ਹਮ ਤੇ ਕਹਿਓ ਜਾਏ ਕਿਮ ਨਾਈ। ਉਦਾਸੀ ਸੰਤ ਗੁਰੂ ਸਾਹਿਬ ਦਾ ਭੈ ਮੰਨਦੇ ਸਨ, ਡਰ ਮੰਨ ਕੇ ਮਹਾਰਾਜ ਜੀ ਦੇ ਭੈ 'ਚ ਰਹਿੰਦੇ ਆ। ਕਹਿੰਦੇ ਸਾਡੇ 'ਚ ਤਾਕਤ ਨਹੀਂ ਕਿ ਅਸੀਂ ਗੁਰੂ ਸਾਹਿਬ ਜੀ ਨੂੰ ਜਾ ਕੇ ਆਖੀਏ। ਸਾਡੇ ਮਨ ਵਿੱਚ ਉਹਨਾਂ ਦਾ ਅਦਬ ਹੈ ਤੇ ਭੈ ਹੈ। ਤੁਮ ਕਹੀਏ ਰਹਤੇ ਨਿਤ ਪਾਈ। ਭਾਈ ਆਨੰਦ ਚੰਦ ਜੀ ਤੁਸੀਂ ਤਾਂ ਹਮੇਸ਼ਾ ਗੁਰੂ ਸਾਹਿਬ ਕੋਲ ਰਹਿੰਦੇ ਹੋ, ਤੁਸੀਂ ਸਾਡੀ ਗੱਲ ਕਰੋ ਗੁਰੂ ਸਾਹਿਬ ਨੂੰ। ਅਸੀਂ ਆਪਣੇ ਮੂੰਹ ਕਿਵੇਂ ਕਹੀਏ ਜੀ ਅਸੀਂ ਸਰੂਪ ਲਿਖ ਕੇ ਲੈ ਦੇ ਤੇ ਵਡਿਆਈ ਹੋ ਜਾਏਗੀ ਕਿ ਅਸੀਂ ਲਿਖ ਕੇ ਲਿਆਏ ਆ ਜੀ, ਬੜੇ ਸੋਹਣੇ ਅੱਖਰ ਲਿਖੇ ਨੇ। ਜੇ ਅਸੀਂ ਕਹਾਂਗੇ ਤੇ ਉਹ ਆਪਣੇ ਮੂੰਹੋਂ ਮੀਆਂ ਮਿੱਠੂ ਬਣਨ ਵਾਲੀ ਗੱਲ ਹੋ ਜਾਏਗੀ। ਭਾਈ ਆਨੰਦ ਚੰਦ ਜੀ ਤੁਸੀਂ ਸਾਡੇ ਵੱਲੋਂ ਗੁਰੂ ਸਾਹਿਬ ਨੂੰ ਬੇਨਤੀ ਕਰੋ, ਤੁਸੀਂ ਉਹਨਾਂ ਦੇ ਨਿਕਟਵਰਤੀ ਸਿੱਖੋ, ਰੋਜ਼ ਉਹਨਾਂ ਨਾਲ ਬੈਠਦੇ ਹੋ। ਆਨੰਦ ਚੰਦ ਸੋ ਗ੍ਰੰਥ ਮੰਗਾਇਓ। ਭਾਈ ਆਨੰਦ ਚੰਦ ਜੀ ਨੇ ਆਖਿਆ ਉਦਾਸੀ ਸੰਤਾਂ ਨੂੰ, ਕਹਿਣ ਲੱਗੇ ਸੰਤ ਜੀ ਏਦਾਂ ਕਰੋ, ਪਹਿਲਾਂ ਮੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸਰੂਪ ਤੁਸੀਂ ਲਿਖਿਆ ਉਹਦੇ ਦਰਸ਼ਨ ਕਰਾਓ। ਮੈਂ ਪਹਿਲਾਂ ਉਹਦੇ ਦਰਸ਼ਨ ਕਰ ਲਵਾਂ, ਅੱਖਰ ਵੇਖ ਲਵਾਂ, ਗੁਰਬਾਣੀ ਦੇ ਵਿੱਚ ਲਗ ਮਾਤਰਾਵਾਂ ਨੂੰ ਧਿਆਨ ਨਾਲ ਪੜ੍ਹ ਲਵਾਂ। ਸੁੰਦਰ ਲਿਖਤ ਦੇਖ ਬਿਰਮਾਇਓ। ਉਦਾਸੀ ਸੰਤ ਕਹਿਣ ਲੱਗੇ ਜੀ ਬਿਲਕੁਲ ਉਹ ਸਰੂਪ ਲੈ ਆਏ। ਭਾਈ ਆਨੰਦ ਚੰਦ ਜੀ ਨੇ ਸਰੂਪ ਦਾ ਪ੍ਰਕਾਸ਼ ਕੀਤਾ, ਦਰਸ਼ਨ ਕੀਤੇ ਤੇ ਕਾਗਜ਼ ਬੜਾ ਸੋਹਣਾ ਲੱਗਾ ਹੋਇਆ, ਅੱਖਰ ਬੜੇ ਸੋਹਣੇ ਲਿਖੇ ਹੋਏ, ਲਿਖਾਈ ਬੜੀ ਸੁੰਦਰ ਸੀ। ਇਤਨੀ ਸੁੰਦਰ ਸੀ ਕਿ ਵੇਖ ਕੇ ਭਾਈ ਆਨੰਦ ਚੰਦ ਦਾ ਮਨ ਭਰਮ ਗਿਆ, ਲਾਲਚ ਆ ਗਿਆ ਵੀ ਇਹ ਸਰੂਪ ਤਾਂ ਮੈਂ ਆਪਣੇ ਕੋਲ ਰੱਖਣਾ, ਇਹ ਉਦਾਸੀ ਸਾਧਾਂ ਨੂੰ ਨਹੀਂ ਦੇਣਾ, ਕਿਉਂਕਿ ਇਹ ਲਿਖ ਕੇ ਲੈ ਆਏ ਨੇ। ਜੇ ਦਸਤਖਤ ਕਰ ਦਿੱਤੇ ਗੁਰੂ ਜੀ ਨੇ, ਇਹਨਾਂ ਨੇ ਲੈ ਜਾਣਾ। ਭਾਈ ਆਨੰਦ ਚੰਦ ਦੇ ਮਨ 'ਚ ਲੋਭ ਆ ਗਿਆ, ਇਹ ਤਾਂ ਬੜਾ ਕੀਮਤੀ ਖਜ਼ਾਨਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਣਾ ਕੋਈ ਸੌਖੀ ਗੱਲ ਥੋੜੀ ਸੀ। ਉਹ ਉਦਾਸੀ ਸੰਤ ਬੜੀ ਮਿਹਨਤ ਕਰਕੇ ਲਿਖ ਕੇ ਲਿਆਏ ਸੀ, ਫਿਰ ਲਿਖਾਈ ਬੜੀ ਸੁੰਦਰ ਸੀ, ਅੱਖਰ ਬੜੇ ਸ਼ੁੱਧ ਸਨ। ਤੋ ਭਾਈ ਆਨੰਦ ਚੰਦ ਜੀ ਦੇ ਮਨ ਦੇ ਵਿੱਚ ਲਾਲਚ ਆ ਗਿਆ ਵੇਖ ਕੇ। ਆਪ ਰਖਨ ਕੋ ਇੱਛਾ ਠਾਨੀ। ਇਹ ਸਰੂਪ ਆਪਣੇ ਕੋਲ ਰੱਖਣ ਦੀ ਇੱਛਾ ਭਾਈ ਆਨੰਦ ਚੰਦ ਜੀ ਨੇ ਕਰ ਲਈ।
ਕਿ ਇਹ ਤਾਂ ਹੁਣ ਮੈਂ ਆਪਣੇ ਕੋਲ ਹੀ ਰੱਖਾਂਗਾ, ਇਹਨਾਂ ਸਾਧਾਂ ਨੂੰ ਸਰੂਪ ਵਾਪਸ ਨਹੀਂ ਮੋੜਨਾ। ਸਾਧਨ ਸੰਗ ਪਨੀ ਪੁਨ ਬਾਨੀ। ਉਹਨਾਂ ਉਦਾਸੀ ਸੰਤਾਂ ਨੂੰ ਭਾਈ ਨੰਦ ਚੰਦ ਜੀ ਨੇ ਜਾ ਕੇ ਕਿਹਾ, ਬੈਠੋ ਤੁਮ ਨਚਿੰਤਪੁਰ ਬਾਸੋ। ਕਹਿੰਦੇ ਤੁਸੀਂ ਕੁਝ ਦਿਨ ਆਨੰਦਪੁਰ ਸਾਹਿਬ ਹੀ ਰਹੋ, ਨਿਸ਼ਚਿੰਤ ਹੋ ਕੇ ਇੱਥੇ ਵਸੋ। ਜਬ ਗੁਰ ਟਿਗ ਦੇਖੋ ਅਵਕਾਸ਼ੋ। ਕਿਉਂਕਿ ਇਹ ਵੱਡਾ ਕੰਮ ਹੈ, ਗੁਰੂ ਸਾਹਿਬ ਸਾਰਾ ਸਰੂਪ ਵੇਖਣਗੇ, ਟਾਈਮ ਲੱਗਣਾ ਤਾਂ ਹੀ ਸਹੀ ਪਾਉਣਗੇ, ਦਸਤਖਤ ਕਰਨਗੇ, ਇਹਦੇ 'ਚ ਟਾਈਮ ਲੱਗ ਸਕਦਾ। ਤੇ ਜਦੋਂ ਮੈਨੂੰ ਵੇਲਾ ਲੱਗਾ ਵੀ ਗੁਰੂ ਸਾਹਿਬ ਕੋਲ ਟਾਈਮ ਹੈ, ਵਿਹਲੇ ਨੇ, ਉਸ ਸਮੇਂ ਮੈਂ ਇਹ ਸਰੂਪ ਉਹਨਾਂ ਕੋਲ ਲੈ ਕੇ ਜਾਵਾਂਗਾ, ਫਿਰ ਤੁਹਾਡਾ ਇਹ ਕਾਰਜ ਹੋਵੇਗਾ। ਉਹਨੇ ਦਿਨ ਤੁਹਾਨੂੰ ਉਡੀਕ ਕਰਨੀ ਪੈਣੀ ਹੈ। ਬਿਨੇ ਪਨੋ ਮੈਂ ਦਿਉ ਲਿਖਵਾਏ। ਮੈਂ ਸਤਿਗੁਰੂ ਜੀ ਨੂੰ ਬੇਨਤੀ ਕਰਕੇ ਇਹਦੇ ਤੇ ਉਹਨਾਂ ਦੀ ਸਹੀ ਪਵਾਵਾਂਗਾ। ਦੇਰ ਲਗੇ ਕਾਰਜ ਹੋਏ ਜਾਏ। ਦੇਰ ਤਾਂ ਲੱਗੇਗੀ ਸੰਤ ਜੀ, ਪਰ ਚਲੋ ਕਾਰਜ ਹੋ ਜਾਏਗਾ। ਜਾਣ ਬੁੱਝ ਕੇ ਨਾ ਟਾਲ ਮਟੋਲਾ ਕੀਤਾ ਵੀ 8-10 ਦਿਨ 20 ਦਿਨ ਏਦਾਂ ਲੰਘ ਗਏ, ਮੁੜ ਕੇ ਸੰਤਾਂ ਨੂੰ ਕਹਾਂਗਾ ਜਿਹਨਾਂ ਸਾਧਾਂ ਨੂੰ ਵੀ ਜਾਓ ਤੁਸੀਂ ਹੋਰ ਲਿਖ ਲਓ। ਭਾਈ ਨੰਦ ਚੰਦ ਜੀ ਨੇ ਇਸ ਪ੍ਰਕਾਰ ਨਾਲ ਵਿਉਂਤਬੰਦੀ ਬਣਾ ਲਈ। ਆਖਿਆ ਹਾਲੇ ਕੁਝ ਸਮਾਂ ਲੱਗੇਗਾ, ਦੇਰ ਲੱਗੇਗੀ, ਪਰ ਚਲੋ ਤੁਹਾਡਾ ਜਿਹੜਾ ਇਹ ਕੰਮ ਹੈ ਹੋ ਜਾਵੇਗਾ। ਇਮ ਸੁਨ ਸਾਧ ਗ੍ਰੰਥ ਤਿਸ ਦੀਨ। ਇਹ ਸੁਣ ਕੇ ਉਹਨਾਂ ਸਾਧਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਭਾਈ ਨੰਦ ਚੰਦ ਨੂੰ ਦੇ ਦਿੱਤਾ। ਆਖਿਆ ਭਾਈ ਨੰਦ ਚੰਦ ਜੀ ਇਹ ਤੁਸੀਂ ਆਪਣੇ ਕੋਲ ਰੱਖ ਲਓ, ਜਦੋਂ ਤੁਹਾਨੂੰ ਸਮਾਂ ਲੱਗੇ ਗੁਰੂ ਸਾਹਿਬ ਜੀ ਕੋਲ ਤੁਸੀਂ ਸਮਾਂ ਵੇਖੋ, ਇਹ ਲੈ ਕੇ ਤੁਸੀਂ ਉਹਨਾਂ ਕੋਲ ਚਲੇ ਜਾਣਾ ਔਰ ਸਹੀ ਪਵਾ ਕੇ ਸਾਡਾ ਕੰਮ ਕਰ ਦੇਣਾ। ਦਸਖਤ ਕਰਵਾਵੇ ਚਿਤ ਚੀਨ। ਔਰ ਸੰਤਾਂ ਨੇ ਮਨ 'ਚ ਭਰੋਸਾ ਰੱਖਿਆ, ਉਹਨਾਂ ਉਦਾਸੀ ਸਾਧੂਆਂ ਨੇ, ਕਿ ਚਲੋ ਨੰਦ ਚੰਦ ਸਾਡਾ ਕੰਮ ਕਰਾ ਦੇਗਾ। ਨਿਸ਼ਚਿੰਤ ਹੋ ਗਏ। ਬੀਤਿਓ ਮਾਸ ਸਾਧ ਨਿਤ ਆਵੇ। ਮਹੀਨਾ ਬੀਤ ਗਿਆ। ਕਹਿੰਦਾ ਸੀ 8-10 ਦਿਨ ਲੱਗਣਗੇ, ਮਹੀਨਾ ਲੰਘ ਗਿਆ। ਉਹ ਉਦਾਸੀ ਸੰਤ ਰੋਜ਼ ਆਇਆ ਕਰਨ, ਭਾਈ ਨੰਦ ਚੰਦ ਨੂੰ ਆਖਣ, ਦੀਵਾਨ ਜੀ ਸਾਡਾ ਕੰਮ ਹੋਇਆ ਕਿ ਨਹੀਂ ਹੋਇਆ। ਇਹਨੇ ਅੱਗੋਂ ਟਾਲ ਮਟੋਲਾ ਕਰਨਾ, ਜੀ ਹਾਲੇ ਗੁਰੂ ਜੀ ਨੂੰ ਸਮਾਂ ਨਹੀਂ ਲੱਗਾ, ਉਹ ਬੀਜੀ ਨੇ, ਵਿਅਸਤ ਨੇ, ਇਹਨਾਂ ਫਿਰ ਚਲੇ ਜਾਣਾ, ਫਿਰ ਆਉਣਾ। ਏਦਾਂ ਮਹੀਨਾ ਬੀਤ ਗਿਆ ਲਗਾਤਾਰ। ਨਿਜ ਕਾਰਜ ਸਿਮਰਨ ਕਰਵਾਵੇ। ਉਹ ਉਦਾਸੀ ਸੰਤ ਰੋਜ਼ 1-2 ਦਿਨਾਂ ਬਾਅਦ ਆਉਂਦੇ ਨੇ ਦੀਵਾਨ ਨੰਦ ਚੰਦ ਕੋਲ, ਆ ਕੇ ਆਪਣਾ ਕੰਮ ਚੇਤੇ ਕਰਾਉਂਦੇ, ਦੀਵਾਨ ਜੀ ਸਾਡਾ ਕੰਮ ਵੀ ਕਰਾ ਦਿਓ। ਓਕੇ ਬਾਕ ਤਿਨੋ ਸੰਗ ਕਹੇ। ਇਹ ਅੱਗੋਂ ਲਾਰੇ ਲੱਪੇ ਵਾਲੇ ਜਿਹੜੇ ਬੋਲ ਹੁੰਦੇ ਨੇ ਉਹ ਬੋਲ ਦਿੰਦਾ, ਟਾਲ ਮਟੋਲਾ ਕਰਕੇ ਕਹਿ ਦਿੰਦਾ, ਨੇ ਅਵਕਾਸ਼ ਮੋਏ ਕੋ ਲਹੈ। ਕਹਿੰਦਾ ਜੀ ਗੁਰੂ ਜੀ ਕੋਲ ਟਾਈਮ ਸੀ ਕੱਲ, ਪਰ ਮੇਰੇ ਕੋਲ ਟਾਈਮ ਨਹੀਂ ਸੀ। ਤੇ ਮੈਂ ਦੀਵਾਨ ਆ ਗੁਰੂ ਘਰ ਦਾ, ਇਹ ਸਾਰੇ ਕੰਮ ਕਾਰ ਮੈਨੂੰ ਕਰਨੇ ਪੈਂਦੇ ਨੇ, ਮੈਨੂੰ ਸਮਾਂ ਨਹੀਂ ਲੱਗਾ। ਤਰੋ ਧੀਰ ਮੈਂ ਦਿਉ ਲਿਖਵਾਏ। ਕੋਈ ਨਹੀਂ, ਤੁਸੀਂ ਹੌਸਲਾ ਕਰੋ, ਜਿੱਥੇ ਇੰਨੇ ਦਿਨ ਲੰਘ ਗਏ ਨੇ ਕੁਝ ਦਿਨ ਹੋਰ ਸਹੀ, ਮੈਂ ਜ਼ਰੂਰ ਗੁਰੂ ਜੀ ਦੇ ਕੋਲੋਂ ਦਸਤਖਤ ਕਰਾ ਦੇਵਾਂਗਾ। ਜਬੈ ਬਿਲੋ ਕਿਉ ਦਿਆਲ ਸੁਭਾਏ। ਜਦੋਂ ਮੈਂ ਗੁਰੂ ਸਾਹਿਬ ਦਾ ਦਿਆਲ ਸੁਭਾਅ ਵੇਖਾਂਗਾ ਵੀ ਉਹ ਦਇਆ ਦੇ ਘਰ ਵਿੱਚ ਨੇ, ਬੜੇ ਖੁਸ਼ ਨੇ, ਫਿਰ ਮੈਂ ਲੈ ਕੇ ਜਾਵਾਂਗਾ ਇਹ ਕੰਮ ਕਰਾਉਣ ਲਈ। ਦਿਨ 2-4 ਦੇਖੀਐ ਔਰ। 2-4 ਦਿਨ ਤੁਸੀਂ ਹੋਰ ਵੇਖ ਛੱਡੋ, 2-4 ਦਿਨ ਹੋਰ ਵੇਖ ਲਓ। ਜਦੋਂ ਗੁਰੂ ਸਾਹਿਬ ਦਾ ਖੁਸ਼ ਜਿਹਾ ਸੁਭਾਅ ਹੋਵੇਗਾ ਨਾ, ਫਿਰ ਮੈਂ ਲੈ ਕੇ ਜਾਵਾਂਗਾ। ਖਾਲਸਾ ਜੀ ਜਿਹੜੇ ਵੱਡਿਆਂ ਬੰਦਿਆਂ ਦੇ ਕੋਲ ਹੋਣ ਵਾਲੇ ਅੱਗੇ ਚਾਪਲੂਸ ਹੁੰਦੇ ਆ, ਉਹ ਇਦਾਂ ਹੀ ਜਿਹੜੇ ਕੋਈ ਗਰੀਬ ਵਿਚਾਰਾ ਆਇਆ ਹੋਵੇ ਨਾ, ਕੋਈ ਚਿੱਠੀ ਦਿੱਤੀ ਹੋਵੇ ਉਹਨੂੰ, ਨਹੀਂ ਹਜੇ ਸਾਹਿਬ ਦਾ ਮੂਡ ਨਹੀਂ ਠੀਕ, ਅੱਗੋਂ ਇਹ ਜਵਾਬ ਦਿੰਦੇ ਹੁੰਦੇ ਆ, ਹਾਲੇ ਨਾ ਜੀ ਸਾਹਿਬ ਦਾ ਮੂਡ ਨਹੀਂ ਠੀਕ, ਜਦੋਂ ਮੂਡ ਠੀਕ ਜਿਹਾ ਹੋਵੇਗਾ ਨਾ, ਖੁਸ਼ ਜਿਹਾ ਹੋਵੇਗਾ, ਫਿਰ ਮੈਂ ਤੁਹਾਡਾ ਕੰਮ ਕਰਾਵਾਂ। ਉਹ ਲਾਰਾ ਲੱਪਾ ਲਾਣ ਦਾ ਬਹਾਨਾ ਹੀ ਹੁੰਦਾ। ਦੀਵਾਨ ਨੰਦ ਚੰਦ ਵੀ ਉਦਾਂ ਦੀ ਬਿਰਤੀ ਬਣ ਗਈ ਇਹਦੀ ਵੀ। ਕਹਿੰਦਾ ਜੀ ਗੁਰੂ ਸਾਹਿਬ ਦਾ ਜਦੋਂ ਖੁਸ਼ ਜਿਹਾ ਸੁਭਾਅ ਹੋਵੇਗਾ ਨਾ, ਦਿਆਲੂ ਜੇ ਹੋਣਗੇ ਬੈਠੇ,
ਫਿਰ ਮੈਂ ਤੁਹਾਡਾ ਇਹ ਕੰਮ ਕਰਾਵਾਂਗਾ, 2-4 ਦਿਨ ਤੁਸੀਂ ਹੋਰ ਉਡੀਕ ਕਰ ਲਓ। ਲਿਖੇ ਬਚਨ ਸੋਢੀ ਸਿਰ ਮੋਰ, ਸੋਢੀ ਕੁਲ ਦੇ ਸਿਰਮੌਰ ਕਲਗੀਧਰ ਜੀ ਜ਼ਰੂਰ ਸਹੀ ਪਾਉਣਗੇ, ਉਹ ਜ਼ਰੂਰ ਦਸਤਖਤ ਕਰਨਗੇ। ਸੁਨ ਕਰ ਸਾਧ ਗਏ ਨਿਜ ਡੇਰੇ, ਸੁਣ ਕੇ ਸਾਧੂ ਫਿਰ ਜਿੱਥੇ ਇਹਨਾਂ ਨੇ ਡੇਰਾ ਕੀਤਾ ਸੀ ਆਨੰਦਪੁਰ ਸਾਹਿਬ ਵਾਪਸ ਆ ਗਏ। ਕੀਤਕ ਦਿਨ ਬਿਤਾਏ ਗੇ ਫੇਰੇ, ਹੁਣ 2-4 ਦਿਨ ਦਾ ਮਤਲਬ ਪਤਾ ਨਹੀਂ ਕਿੰਨੇ ਦਿਨ ਲੰਘ ਜਾਣ, ਕਈ ਦਿਨ ਹੋਰ ਨਿਕਲ ਗਏ। ਆਲਾ ਟਾਲਾ ਕਰ ਪੁਨ ਮੋਰੇ, ਨੰਦ ਚੰਦ ਰੋਜ਼ ਹੀ ਆਲਾ ਟਾਲਾ ਕਰ ਛੱਡਿਆ ਕਰੇ, ਉਹ ਰੋਜ਼ ਹੀ ਟਾਲ ਮਟੋਲਾ ਕਰਕੇ ਤੇ ਲਾਰਾ ਜਾਂ ਲਾ ਛੱਡਿਆ ਕਰੇ। 2-4 ਦਿਨ ਹੋਰ ਉਡੀਕ ਕਰ ਲੋ, 2-4 ਦਿਨ ਹੋਰ ਉਡੀਕ ਕਰ ਲੋ, ਏਦਾਂ ਇਹਨੇ ਟਾਲਾ ਕਰ ਛੱਡਣਾ। ਇਸ ਪ੍ਰਕਾਰ ਦਿਨ ਬਿਤੇ ਨਾ ਥੋਰੇ, ਕਹਿੰਦੇ ਇਸ ਤਰ੍ਹਾਂ ਬਹੁਤ ਦਿਨ ਬੀਤ ਗਏ। ਆਵਤ ਜਾਤੇ ਖਸ਼ਟ ਮਹੀਨੇ, ਗੱਲ ਕੀ 6 ਮਹੀਨੇ ਬੀਤ ਗਏ ਉਹਨਾਂ ਸੰਤਾਂ ਨੂੰ ਆਉਂਦਿਆਂ ਜਾਂਦਿਆਂ। 6 ਮਹੀਨਿਆਂ ਕੋਈ ਥੋੜਾ ਸਮਾਂ ਨਹੀਂ ਹੁੰਦਾ। 6 ਮਹੀਨਿਆਂ ਦਾ ਨੰਦ ਚੰਦ ਦੇ ਉੱਤੇ ਉਹਨਾਂ ਨੂੰ ਯਕੀਨ ਵੀ ਸੀ ਪਹਿਲਾਂ ਵੀ, ਗੁਰੂ ਘਰ ਦਾ ਐਡਾ ਵੱਡਾ ਰੁਤਬੇ ਵਾਲਾ ਪ੍ਰਤਿਭਾਸ਼ਾਲੀ ਪ੍ਰਤਿਸ਼ਠ ਵਿਅਕਤੀ ਹੈ, ਉਹ ਸਾਨੂੰ ਝੂਠੇ ਲਾਰੇ ਥੋੜੀ ਲਾਉਂਦਾ ਹੋਣਾ। ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਪਤਾ ਲੱਗ ਗਿਆ ਵੀ ਇਹ ਬੰਦਾ ਨੀਅਤ ਠੀਕ ਨਹੀਂ ਹੈ ਇਹਦੀ। ਨਾਲੇ ਉਹ ਸੰਤ ਬਿਰਤੀ ਵਾਲੇ ਉਦਾਸੀ ਸੰਤ ਸੀ, ਸਾਧੂ ਬਿਰਤੀ ਸੀ। 6 ਮਹੀਨਿਆਂ ਦਾ ਸਮਾਂ ਇਸੇ ਤਰ੍ਹਾਂ ਬੀਤ ਗਿਆ। ਕਰੇ ਬਿਤਾਵਨ ਗ੍ਰੰਥ ਨ ਦੀਨੇ, ਇਸੇ ਤਰ੍ਹਾਂ ਸਮਾਂ ਬੀਤ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨੰਦ ਚੰਦ ਜੀ ਨੇ ਇਹਨਾਂ ਉਦਾਸੀ ਸੰਤਾਂ ਨੂੰ ਨਹੀਂ ਮੋੜਿਆ। ਆਜ ਕਾਲ ਕੋ ਦੇਤ ਬਤਾਈ, ਜਦੋਂ ਇਹਨਾਂ ਨੇ ਆ ਕੇ ਪੁੱਛਣਾ ਇਹਨੇ ਅੱਜ ਕੱਲ ਕਰਦਿਆਂ ਸਮਾਂ ਬਤੀਤ ਕਰ ਦੇਣਾ। ਸ਼੍ਰੀ ਗੁਰ ਤੇ ਨੈ ਸਹੀ ਪਵਾਈ, ਕਲਗੀਧਰ ਪਾਤਸ਼ਾਹ ਜੀ ਦੇ ਕੋਲੋਂ ਸਹੀ ਨਹੀਂ ਪਵਾਈ, ਮਹਾਰਾਜ ਜੀ ਦੇ ਦਸਤਖਤ ਨਹੀਂ ਕਰਵਾਏ। ਰਾਖੋ ਗ੍ਰੰਥ ਪਾਸ ਮੈਂ ਆਪਣੇ, ਮਨ ਚ ਲਾਲਚ ਸੀ ਵੀ ਇਹ ਤਾਂ ਸਰੂਪ ਮੈਂ ਰੱਖਣਾ ਹੀ ਆਪਣੇ ਕੋਲ ਹੈ, ਮੈਂ ਤਾਂ ਦੇਣਾ ਹੀ ਨਹੀਂ ਇਹਨਾਂ ਨੂੰ। ਸਾਧਨ ਕੋ ਨੈ ਦੇਵੋ ਸੁਪਨੇ, ਜੋ ਮਰਜ਼ੀ ਇਹ ਕਰ ਲੈਣ, ਮੈਂ ਤਾਂ ਸੁਪਨੇ ਚ ਵੀ ਨਾ ਮੋੜਾਂ ਇਹਨਾਂ ਨੂੰ। ਹੁਣ ਇਹ ਸਰੂਪ ਇੰਨਾ ਕੀਮਤੀ ਹੈ। ਆਛੀ ਲਿਖਤ ਘਾਟ ਵੱਡ ਨਾਈ, ਐਨ ਸਹੀ ਲਿਖਤ ਲਿਖੀ ਹੋਈ ਹੈ, ਇਹਦੇ ਚ ਕੋਈ ਅੱਖਰ ਘੱਟ ਵੱਧ ਨਹੀਂ ਹੈ। ਲਿਖਿਓ ਨ ਜਾਏ ਅਪਰ ਕਹਿ ਪਾਈ, ਏਦਾਂ ਦਾ ਸਰੂਪ ਕਿਸੇ ਹੋਰ ਕੋਲੋਂ ਨਹੀਂ ਲਿਖਿਆ ਜਾ ਸਕਦਾ। ਹੁਣ ਇੱਕ ਦਿਵਸ ਸਾਧ ਚੱਲ ਗਏ। ਇਸੇ ਤਰ੍ਹਾਂ ਜਦੋਂ 6 ਮਹੀਨਿਆਂ ਦਾ ਸਮਾਂ ਬੀਤ ਗਿਆ, ਇੱਕ ਦਿਨ ਉਹ ਫੇਰ ਉਦਾਸੀ ਸੰਤ ਭਾਈ ਨੰਦ ਚੰਦ ਜੀ ਦੇ ਕੋਲ ਆਏ। ਕੁਛ ਕਠੋਰ ਬਚ ਬੋਲਤ ਗਏ, ਹੁਣ ਨੰਦ ਚੰਦ ਅੱਗੋਂ ਥੋੜਾ ਜਿਹਾ ਆਪਣਾ ਰੰਗ ਵਿਖਾਉਣ ਲੱਗ ਪਿਆ। ਕਠੋਰ ਬੋਲੇ, ਕਠੋਰ ਸ਼ਬਦ ਜਿਹੜਾ ਸੀ ਉਹ ਬੋਲ ਕੇ ਇਹਨਾਂ ਉਦਾਸੀ ਸੰਤਾਂ ਦਾ ਨਰਾਦਰ ਕੀਤਾ। ਸੁਨ ਕੇ ਕਹਿਓ ਔਰ ਲਿਖ ਲੀਜੈ, ਉਹ ਉਦਾਸੀ ਵੀ ਅੱਗੋਂ ਗੁੱਸੇ ਵਿੱਚ ਖਿਜੇ ਹੋਏ, ਉਹ ਕਹਿੰਦੇ ਲਿਆ ਸਾਡਾ ਸਰੂਪ ਸਾਨੂੰ ਮੋੜ ਦੇ, ਅਸੀਂ ਆਪੇ ਗੁਰੂ ਜੀ ਨੂੰ ਮਿਲ ਲੈਨੇ। ਜਦੋਂ ਉਹ ਕਠੋਰ ਬੋਲੇ ਵੀ ਕਠੋਰ ਬੋਲੇ ਅੱਗੋਂ, ਕਹਿੰਦਾ ਜਾ ਹੋਰ ਲਿਖ ਲਓ, ਮੈਂ ਨਹੀਂ ਦਿੰਦਾ, ਹੁਣ ਤੁਸੀਂ ਹੋਰ ਲਿਖ ਲਓ, ਆਹ ਸਰੂਪ ਹੁਣ ਮੈਂ ਨਹੀਂ ਤੁਹਾਨੂੰ ਪਰਤਾਉਣਾ ਮੋੜਨਾ। ਲਾਗਤ ਮੈਂ ਦੇਵੋਂ ਕਹਿ ਦੀਜੈ, ਇਹਦੀ ਜਿਹੜੀ ਲਾਗਤ ਹੈ ਭੇਟਾ ਉਹ ਮੈਨੂੰ ਦੱਸ ਦਿਓ, ਮੈਂ ਤੁਹਾਨੂੰ ਦੇ ਦਿੰਨਾ। ਲਿਖ ਆਨੋ ਤਿਸ ਪਰ ਗੁਰ ਦਸਖਤ, ਹੋਰ ਲਿਖ ਕੇ ਲੈ ਆਓ ਤੁਸੀਂ, ਜਿੰਨੇ ਪੈਸੇ ਲੱਗਣਗੇ ਉਹ ਮੈਂ ਦੇ ਦਿੰਨਾ, ਉਹ ਲਿਖ ਕੇ ਲੈ ਆਓ, ਉਹਦੇ ਤੇ ਮੈਂ ਗੁਰੂ ਜੀ ਦੇ ਦਸਤਖਤ ਕਰਵਾ ਦਿਆਂਗਾ। ਮੈਂ ਕਰਵਾਏ ਦਿਓ ਪਰ ਹਰਖਤ, ਤੇ ਮੈਂ ਬੜੀ ਖੁਸ਼ੀ ਖੁਸ਼ੀ ਨਾਲ ਦਸਤਖਤ ਕਰਾਵਾਂਗਾ, ਇਹ ਪੱਕਾ ਬਚਨ ਹੈ। ਕਰ ਜਾਓ ਆਪਣੇ ਡੇਰੇ, ਉਹ ਸਰੂਪ ਤੁਸੀਂ ਲੈ ਕੇ ਆਪਣੇ ਡੇਰੇ ਚਲੇ ਜਾਇਓ ਜਿੱਥੋਂ ਆਏ ਹੋ। ਰਹਿਬੋ ਉਚਿਤ ਨਹੀਂ ਇਸ ਬੇਰੇ, ਹੁਣ ਤੁਹਾਡਾ ਇੱਥੇ ਰਹਿਣਾ ਉਚਿਤ ਨਹੀਂ, ਤੁਸੀਂ ਇੱਥੋਂ ਚਲੇ ਜਾਓ। ਨੈ ਮਾਨੋ ਮੈਂ ਦਿਓ ਕਢਾਏ, ਜੇ ਤੁਸੀਂ ਮੇਰੀ ਗੱਲ ਨਾ ਮੰਨੀ ਤੇ ਮੈਂ ਤੁਹਾਨੂੰ ਕਢਾ ਦਿਆਂਗਾ ਆਨੰਦਪੁਰ ਸਾਹਿਬ ਚੋਂ, ਇੱਥੇ ਰਹਿਣ ਨਹੀਂ ਦਿਆਂਗਾ ਤੁਹਾਨੂੰ। ਨਹੀਂ ਤਲੇ ਜਾਓ ਜੋ ਦਰਬ ਦਿਵਾਏ, ਨਹੀਂ ਤਾਂ ਜਿਹੜੇ ਮੈਨੂੰ ਤੁਹਾਨੂੰ ਪੈਸੇ ਚਾਹੀਦੇ ਨੇ ਤੇ ਪੈਸੇ ਜਿੰਨੇ ਚਾਹੀਦੇ ਨੇ ਮੈਂ ਤੁਹਾਨੂੰ ਦਵਾ ਦਿੰਨਾ,
ਉਹ ਲੈ ਕੇ ਤੁਸੀਂ ਚਲੇ ਜਾਓ, ਪਰ ਇਹ ਸਰੂਪ ਜਿਹੜਾ ਹੁਣ ਇਹ ਤੁਹਾਨੂੰ ਨਹੀਂ ਮਿਲਣਾ। ਸਾਧ ਗਰੀਬ ਸੁਨਤ ਦੁਖ ਹੁਣ ਪਾਇਓ। ਉਹ ਗਰੀਬ ਉਦਾਸੀ ਸੰਤ ਸਨ, ਬੜੇ ਦੁਖੀ ਹੋਏ ਵੀ ਅਸੀਂ ਇੰਨੀ ਮਿਹਨਤ ਕੀਤੀ ਹੈ, ਮਹਾਰਾਜ ਜੀ ਦੇ ਦਸਤਖਤ ਕਰਾ ਕੇ ਸਰੂਪ ਪ੍ਰਵਾਨ ਕਰਾਉਣਾ ਸੀ, ਪਰ ਇਹਦਾ ਮਨ ਲਾਲਚੀ ਹੋ ਗਿਆ, ਲੋਭੀ ਹੋ ਗਿਆ ਸਰੂਪ ਵੇਖ ਕੇ। ਰਿਸੇ ਬਹੁਤ ਪਰ ਬਸ ਨਾ ਬਸਾਇਓ। ਉਹਨਾਂ ਸਾਧਾਂ ਦਾ ਗੁੱਸਾ ਤਾਂ ਬੜਾ ਉਹਨਾਂ ਨੂੰ ਆਇਆ, ਪਰ ਇਹ ਅੱਗੋਂ ਆਨੰਦ ਚੰਦ ਸ਼ਸਤਰਧਾਰੀ ਸੀ, ਇਹਦੇ ਤੇ ਉਹਨਾਂ ਸੰਤਾਂ ਦਾ ਸਾਧੂਆਂ ਦਾ ਕੋਈ ਬਸ ਨਹੀਂ ਚੱਲਿਆ। ਇੱਕ ਦਿਨ ਸਾਹਿਬ ਚੜੇ ਅਖੀਰ। ਉਦਾਸੀ ਬਾਹਰ ਹੁਣ ਦਾਤੇ ਨੇ, ਉਹਨਾਂ ਆਖਿਆ ਵੀ ਹੁਣ ਤਾਂ ਕਲਗੀਧਰ ਪਾਤਸ਼ਾਹ ਤੱਕ ਪਹੁੰਚ ਕਰੀਏ। ਇੱਕ ਦਿਨ ਅੰਦਰ ਜਾਣ ਕਰਨ ਤੇ ਦੀਵਾਨ ਆਨੰਦ ਚੰਦ ਨੇ ਉਹ ਰੋਕ ਲਾ ਦੇਣੀ, ਇਹਨਾਂ ਨੂੰ ਗੁਰੂ ਸਾਹਿਬ ਨੂੰ ਮਿਲਣ ਨਾ ਦੇਣਾ। ਇੱਕ ਦਿਨ ਕਲਗੀਧਰ ਦੀ ਸ਼ਿਕਾਰ ਤੇ ਚੜੇ ਹਨ, ਕਰੀ ਪੁਕਾਰ ਹੋਏ ਤਬ ਨੇਰ। ਸਿਪਾਹੀ ਇਹਨਾਂ ਨੂੰ ਨੇੜੇ ਨਾ ਜਾਣ ਦੇਣ, ਇਹਨਾਂ ਨੇ ਦੂਰੋਂ ਆਵਾਜ਼ ਮਾਰੀ, ਦੁਹਾਈ ਕਲਗੀਧਰ ਪਾਤਸ਼ਾਹ ਦੁਹਾਈ। ਉੱਚੀ ਉੱਚੀ ਪੁਕਾਰ ਕਰਕੇ ਮਹਾਰਾਜ ਜੀ ਨੂੰ ਆਵਾਜ਼ ਮਾਰਦੇ ਨੇ। ਸੁਨ ਪ੍ਰਭ ਸੇਵਕ ਤਬੇ ਪਠਾਇਓ। ਮਹਾਰਾਜ ਜੀ ਨੇ ਘੋੜਾ ਰੋਕ ਲਿਆ, ਸੇਵਾਦਾਰ ਭੇਜਿਆ, ਆਖਿਆ ਭਾਈ ਵੇਖੋ ਇਹ ਸੰਤ ਕਿਉਂ ਪੁਕਾਰ ਕਰਦੇ ਨੇ, ਉਦਾਸੀ ਸੰਤ ਨੇ, ਕੀ ਕਹਿੰਦੇ ਨੇ, ਬੁਲਾਓ ਇਹਨਾਂ ਨੂੰ ਸਾਡੇ ਕੋਲ ਲਿਆਓ। ਸੁਨ ਕੈ ਸਭ ਪਰ ਸੰਗ ਸੁਆਇਓ। ਉਹ ਸੁਣ ਕੇ ਉਦਾਸੀ ਸੰਤ ਮਹਾਰਾਜ ਜੀ ਦੇ ਕੋਲ ਆਏ। ਨੰਦ ਚੰਦ ਟਿਗ ਗ੍ਰੰਥ ਬਤਾਵੇ। ਸਿੱਖ ਨੇ ਦੱਸਿਆ ਮਹਾਰਾਜ ਜੀ ਇਹ ਸੰਤ ਕਹਿੰਦੇ ਨੇ ਕਿ ਇਹ ਇੱਕ ਸਰੂਪ ਲਿਖ ਕੇ ਲਿਆਏ ਗੁਰੂ ਗ੍ਰੰਥ ਸਾਹਿਬ ਜੀ ਦਾ, ਉਹ ਭਾਈ ਨੰਦ ਚੰਦ ਨੂੰ ਇਹਨਾਂ ਨੇ ਦਿੱਤਾ ਸੀ ਤੁਹਾਡੀ ਸਹੀ ਪਵਾਉਣ ਲਈ, ਪਰ ਆਨੰਦ ਚੰਦ ਉਹ ਸਰੂਪ ਇਹਨਾਂ ਨੂੰ ਹੁਣ ਵਾਪਸ ਨਹੀਂ ਮੋੜਦਾ। ਬਲ ਤੇ ਦੇਤ ਨਹੀਂ ਡਰ ਪਾਵੇ। ਬਲ ਨਾਲ ਨਹੀਂ ਦਿੰਦਾ, ਆਪਣਾ ਤਾਕਤ ਵਿਖਾ ਕੇ ਇਹਨਾਂ ਨੂੰ ਡਰਾਉਂਦਾ ਸਾਧਾਂ ਨੂੰ। ਤਬ ਗੁਰ ਇੱਕ ਨਰ ਸੰਗ ਪਠਾਇਓ। ਮਹਾਰਾਜ ਜੀ ਨੇ ਉਹਨਾਂ ਉਦਾਸੀ ਸੰਤਾਂ ਦੇ ਨਾਲ ਆਪਣਾ ਇੱਕ ਸੇਵਾਦਾਰ ਭੇਜਿਆ, ਆਖਿਆ ਇਹਨਾਂ ਸੰਤਾਂ ਨੂੰ ਨਾਲ ਲੈ ਕੇ ਭਾਈ ਆਨੰਦ ਚੰਦ ਦੇ ਘਰ ਜਾਓ। ਦਿਓ ਦਿਵਾਏ ਪ੍ਰਭੂ ਫਰਮਾਇਓ। ਉਹ ਆਖਿਓ ਆਨੰਦ ਚੰਦ ਜੀ ਗੁਰੂ ਸਾਹਿਬ ਨੇ ਫਰਮਾਨ ਕੀਤਾ ਹੈ ਕਿ ਤੁਸੀਂ ਇਹਨਾਂ ਦਾ ਜਿਹੜਾ ਸਰੂਪ ਹੈ ਇਹਨਾਂ ਨੂੰ ਵਾਪਸ ਮੋੜ ਦਿਓ। ਆਨੰਦ ਚੰਦ ਕੇ ਨਿਕਟ ਗਏ ਹੈ। ਜਦੋਂ ਇਹਨਾਂ ਉਦਾਸੀ ਸੰਤਾਂ ਨੂੰ ਨਾਲ ਲੈ ਕੇ ਉਹ ਸੇਵਾਦਾਰ ਭਾਈ ਆਨੰਦ ਚੰਦ ਜੀ ਦੇ ਘਰ ਗਿਆ, ਦਿਓ ਗ੍ਰੰਥ ਗੁਰ ਕੈਤ ਪਏ ਹੈ। ਸੇਵਾਦਾਰ ਨੇ ਆਖਿਆ ਦੀਵਾਨ ਜੀ ਕਲਗੀਧਰ ਜੀ ਨੇ ਭੇਜਿਆ ਹੈ, ਮੈਨੂੰ ਹੁਕਮ ਕਰਕੇ ਆਪ ਜੀ ਤੇ ਵੀ ਹੁਕਮ ਹੈ ਕਿ ਇਹਨਾਂ ਉਦਾਸੀ ਸੰਤਾਂ ਦਾ ਜੋ ਪਵਿੱਤਰ ਸਰੂਪ ਇਹ ਲਿਖ ਕੇ ਲਿਆਏ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ, ਉਹ ਸਰੂਪ ਤੁਸੀਂ ਇਹਨਾਂ ਨੂੰ ਪਰਤਾ ਦਿਓ, ਮੋੜ ਦਿਓ। ਸੁਨ ਕੈ ਕਹਿਓ ਨਹੀਂ ਮੈਂ ਰਾਖੋ। ਸੁਣ ਕੇ ਅੱਗੋਂ ਆਨੰਦ ਚੰਦ ਜੀ ਬੋਲੇ ਉਸ ਸਿੱਖ ਨੂੰ, ਕਹਿਣ ਲੱਗੇ ਮੈਂ ਕਿਹੜਾ ਰੱਖਣ ਲੱਗਾ ਹਾਂ, ਆਗੇ ਹੀ ਦੇਨੋ ਅਬਿਲਾਖੋ। ਮੈਂ ਤਾਂ ਪਹਿਲਾਂ ਹੀ ਦੇਣ ਨੂੰ ਤਿਆਰ ਬੈਠਾ, ਇਹਨਾਂ ਨੂੰ ਸਰੂਪ ਵਾਪਸ ਕਰਨਾ ਹੈ। ਕਹੋ ਤੂੰ ਜਾਏ ਹੁਕਮ ਤੁਮ ਪਾਏ। ਸਿੱਖ ਨੂੰ ਕਿਹਾ ਵੀ ਤੂੰ ਜਾ ਕੇ ਕਲਗੀਧਰ ਜੀ ਨੂੰ ਕਹਿ ਦੇ ਵੀ ਆਨੰਦ ਚੰਦ ਕਹਿੰਦਾ ਵੀ ਮੈਂ ਦੇ ਦਿੰਨਾ ਸਰੂਪ। ਉਹਨੂੰ ਇਹ ਕਹਿ ਦਿੱਤਾ ਸਿੱਖ ਨੂੰ, ਕਹਿੰਦੇ ਤੂੰ ਜਾ ਇਹਨਾਂ ਸੰਤਾਂ ਨੂੰ ਇੱਥੇ ਮੇਰੇ ਕੋਲ ਹੀ ਛੱਡ ਜਾ, ਤੂੰ ਕਲਗੀਧਰ ਜੀ ਨੂੰ ਜਾ ਕੇ ਕਹਿ ਦੇ ਆਨੰਦ ਚੰਦ ਕਹਿੰਦਾ ਮੈਂ ਸਰੂਪ ਦੇ ਦਿੰਨਾ। ਦਿਓ ਉਤਾਇਲ ਰੱਖਿਓ ਨਾ ਕਾਏ। ਤੂੰ ਇਹ ਕਹਿ ਦੇ ਕਿ ਗੁਰੂ ਜੀ ਆਨੰਦ ਚੰਦ ਨੇ ਤਾਂ ਬੜੀ ਛੇਤੀ ਤੁਹਾਡਾ ਹੁਕਮ ਮੰਨ ਕੇ ਸਰੂਪ ਦੇ ਦਿੱਤਾ, ਉਹਨੇ ਆਪਣੇ ਕੋਲ ਨਹੀਂ ਰੱਖਿਆ। ਗੁਰ ਸੇਵਕ ਸੋ ਕਹਿ ਇਮ ਬਾਤਾ। ਏਦਾਂ ਗੁਰੂ ਕੇ ਸਿੱਖ ਨੂੰ ਤਾਂ ਇਹ ਕਹਿ ਕੇ ਨੇ ਟੋਰ ਦਿੱਤਾ, ਆਖਿਆ ਸੰਤਾਂ ਨੂੰ ਇੱਥੇ ਛੱਡ ਜਾ, ਇਹਨਾਂ ਨੂੰ ਮੈਂ ਸਰੂਪ ਦੇ ਕੇ ਭੇਜਦਾ, ਤੂੰ ਜਾ ਕੇ ਕਲਗੀਧਰ ਜੀ ਨੂੰ ਕਹਿ ਦੇ ਕਿ ਆਨੰਦ ਚੰਦ ਨੇ ਸਰੂਪ ਦੇ ਦਿੱਤਾ ਹੈ। ਸਾਧਨ ਸਾਥ ਪਨਿਓ ਇਸ ਭਾਂਤਾ। ਉਹ ਸਿੱਖ ਤਾਂ ਚਲਾ ਗਿਆ ਗੁਰੂ ਸਾਹਿਬ ਕੋਲ, ਇਹ ਸੰਤ ਉੱਥੇ ਹੀ ਖੜੇ ਨੇ ਉਦਾਸੀ ਵੀ ਹੁਣ ਸਾਨੂੰ ਸਰੂਪ ਦੇਵੇਗਾ। ਆਨੰਦ ਚੰਦ ਉਹਨਾਂ ਵੱਲ ਵੇਖ ਕੇ ਬੜਾ ਗੁੱਸੇ ਵਿੱਚ ਆ ਕੇ ਬੋਲਿਆ, ਕਿਉਂ ਡੈਕਤ ਤੁਮ ਫਿਰੋ ਕਨੇਰੇ। ਕਹਿੰਦਾ ਉਹ ਸਾਧੋ ਤੁਸੀਂ ਕਿੱਥੇ ਡੈਕਦੇ ਫਿਰਦੇ ਹੋ, ਕਿਹੜੀ ਗੱਲੇ ਤੁਸੀਂ ਇੱਥੇ ਭਰਮਦੇ ਫਿਰਦੇ ਹੋ। ਆਏ ਪ੍ਰਾਤ ਲੈ ਗਮਨੋ ਡੇਰੇ। ਜਾਓ ਚਲੇ ਜੋ, ਹੁਣ ਨਹੀਂ ਮੈਂ ਦੇਣਾ ਸਰੂਪ, ਕੱਲ ਸਵੇਰੇ ਆਇਓ, ਕੱਲ ਦੇਵਾਂਗਾ ਤੁਹਾਨੂੰ ਸਰੂਪ। ਏਦਾਂ ਫੇਰ ਟਾਲ ਦਿੱਤਾ, ਕਹਿੰਦਾ ਕੱਲ ਨੂੰ ਆਇਓ, ਅੱਜ ਨਹੀਂ ਦੇਣਾ। ਸਿੱਖ ਨੂੰ ਤੇ ਕਹਿ ਭੇਜਿਆ ਵੀ ਗੁਰੂ ਸਾਹਿਬ ਨੂੰ ਕਹਿ ਦੇ ਵੀ ਦੇ ਦਿੱਤਾ ਸਰੂਪ। ਜਦੋਂ ਸੰਤਾਂ ਨੂੰ ਸਾਧਾਂ ਨੂੰ ਉੱਥੇ ਖੜਾ ਕੀਤਾ, ਉਹਨਾਂ ਨੂੰ ਕਹਿਣ ਲੱਗਾ ਵੀ ਤੁਸੀਂ ਕੱਲ ਆਇਓ ਸਵੇਰੇ, ਕਿੱਥੇ ਡੈਕਦੇ ਫਿਰਦੇ ਹੋ, ਭਜਦੇ ਫਿਰਦੇ ਹੋ, ਕਿੱਥੇ ਲੈ ਚੱਲਿਆ ਮੈਂ ਤੁਹਾਡਾ ਸਰੂਪ।
ਕੱਲ ਸਵੇਰੇ ਆ ਕੇ ਮੇਰੇ ਕੋਲੋਂ ਲੈ ਜਾਇਓ। ਸੋਭਾ ਸੁਰ ਇਮਟਾਰਨ ਕੀਨਾ, ਉਹ ਦਿਨ ਫੇਰੇ ਨੇ ਟਾਲ ਦਿੱਤਾ। ਗਏ ਸਾਧ ਤਿਨ ਕੋ ਡਰ ਦੀਨਾ। ਅਗਲੇ ਦਿਨ ਸਵੇਰੇ ਸਾਧੂ ਜਦੋਂ ਆਨੰਦ ਚੰਦ ਦੇ ਘਰ ਗਏ ਨਾ, ਉਹਨਾਂ ਨੂੰ ਫਿਰ ਡਰਾ ਦਿੱਤਾ ਇਹਨੇ। ਕਹਿੰਦਾ ਤੁਸੀਂ ਹਾਲੇ ਇੱਥੇ ਹੀ ਟੁਰੇ ਫਿਰਦੇ ਹੋ, ਤੁਸੀਂ ਗਏ ਨਹੀਂ ਹਾਲੇ ਵਾਪਸ। ਭਲਾ ਚਾਹੋ ਪੁਰ ਤਿਆਗ ਸਿਧਾਰੋ। ਤੁਸੀਂ ਜੇ ਆਪਣਾ ਭਲਾ ਚਾਹੁੰਦੇ ਹੋ ਤੇ ਆਨੰਦਪੁਰ ਸਾਹਿਬ ਨਗਰ ਛੱਡ ਕੇ ਭੱਜ ਜਾਓ, ਨੱਠ ਜਾਓ। ਜੇ ਅਬ ਕੇ ਗੁਰ ਪਾਸ ਪੁਕਾਰੋ। ਇੱਕ ਗੱਲ ਯਾਦ ਰੱਖਿਓ ਸਾਧੋ, ਜੇ ਹੁਣ ਤੁਸੀਂ ਗੁਰੂ ਜੀ ਕੋਲ ਜਾ ਕੇ ਪੁਕਾਰ ਕੀਤੀ, ਕੈਦ ਪਰੋਗੇ ਛੂਟੋ ਨਾਈ। ਫੜ ਕੇ ਕੈਦ 'ਚ ਸੁੱਟ ਦਿਆਂਗਾ ਤੁਹਾਨੂੰ, ਤੇ ਮੁੜ ਕੇ ਛੁੱਟਣ ਨਹੀਂ ਲੱਗੇ ਤੁਸੀਂ ਕੈਦ ਵਿੱਚੋਂ। ਕਸ਼ਟ ਸਹੋ ਕਾਰਾਗ੍ਰਹਿ ਮਾਈ। ਫਿਰ ਕੈਦ ਦੇ ਵਿੱਚ ਹੀ ਕਸ਼ਟ ਸਹਾਰੋਗੇ, ਰਹਿੰਦੀ ਜ਼ਿੰਦਗੀ ਉੱਥੇ ਹੀ ਕੱਟੋਗੇ ਆਪਣੀ। ਇਤਿਆਦਿਕ ਕਹਿ ਤਾੜਨ ਕਰੇ। ਏਦਾਂ ਬੋਲ ਬੋਲ ਕੇ ਆਨੰਦ ਚੰਦ ਨੇ ਫਿਰ ਇਹਨਾਂ ਸਾਧਾਂ ਨੂੰ ਤਾੜਿਆ, ਨਾਲੇ ਡਰਾਇਆ। ਜੀਤ ਤਕੇਲਾ ਵਹਿਰ ਨਿਕਾਰੇ। ਤੇ ਸਿਪਾਹੀ ਸੀ ਆਨੰਦ ਚੰਦ ਦੇ, ਇਹਨੇ ਇਸ਼ਾਰਾ ਕੀਤਾ, ਧੱਕੇ ਮਾਰ ਕੇ ਕੱਢੋ ਇਹਨਾਂ ਨੂੰ ਇੱਥੋਂ ਮੇਰੇ ਘਰੋਂ। ਆਪਣੇ ਘਰ ਚੋਂ ਇਹਨਾਂ ਸਾਧੂਆਂ ਨੂੰ, ਉਦਾਸੀ ਸੰਤਾਂ ਨੂੰ ਧੱਕੇ ਮਾਰ ਕੇ ਆਨੰਦ ਚੰਦ ਨੇ ਕੱਢਿਆ। ਕਾਰ ਨਿਕਾਰਤ ਬਹੁਤ ਤ੍ਰਿਸਕਾਰੇ। ਨਾਲੇ ਉਹਨਾਂ ਸਾਧਾਂ ਨੂੰ ਗਾਲਾਂ ਕੱਢੀਆਂ, ਨਾਲੇ ਉਹਨਾਂ ਦਾ ਤਿਰਸਕਾਰ ਤੇ ਨਰਾਦਰ ਕੀਤਾ। ਕਰੋ ਪੁਕਾਰ ਤਾ ਹੋਵੇਂ ਮਾਰੇ। ਕਹਿੰਦੇ ਜੇ ਹੁਣ ਤੁਸੀਂ ਗੁਰੂ ਜੀ ਕੋਲ ਪੁਕਾਰ ਕੀਤੀ, ਅੱਜ ਤਾਂ ਧੱਕੇ ਮਾਰੇ ਨੇ, ਕੱਲ ਨੂੰ ਮਾਰ ਪਵੇਗੀ। ਦੁਖੀ ਪਏ ਬਹੁ ਛਪ ਛਪ ਰਹੇ। ਉਹ ਸੰਤ ਬੜੇ ਦੁਖੀ ਡਰ ਗਏ। ਉਹ ਤਾਂ ਲੁਕ ਲੁਕ ਕੇ ਰਹਿਣ ਲੱਗ ਪਏ ਵੀ ਇਹ ਤਾਂ ਗੁਰੂ ਜੀ ਤੋਂ ਵੀ ਨਹੀਂ ਡਰਦਾ। ਗੁਰੂ ਜੀ ਨੇ ਹੁਕਮ ਭੇਜਿਆ ਸੀ ਵੀ ਜਿਹੜਾ ਬੰਦਾ ਗੁਰੂ ਤੋਂ ਨਹੀਂ ਡਰਦਾ ਉਹ ਸਾਡੀ ਕੀ ਖੈਰ ਗੁਜ਼ਾਰੇਗਾ। ਉਹ ਉਦਾਸੀ ਸੰਤ ਵਿਚਾਰੇ ਛੁਪ ਛੁਪ ਕੇ ਟਾਈਮ ਪਾਸ ਕਰਨ ਲੱਗੇ, ਲੁਕ ਕੇ ਵੀ ਕੀ ਕਰੀਏ। ਨਿਜ ਦੁੱਖ ਕਿਸੋਂ ਪਾਸ ਨ ਕਏ। ਉਹ ਆਪਣਾ ਦੁੱਖ ਕਿਸੇ ਕੋਲ ਦੱਸਣ ਜੋਗੇ ਵੀ ਨਹੀਂ। ਬਿਤਿਓ ਮਾਸ ਗੁਰ ਭੇ ਅਸਵਾਰ। ਇਹ ਤਾਂ 1 ਮਹੀਨਾ ਫਿਰ ਬੀਤ ਗਿਆ ਵਿਚਾਰਿਆਂ ਨੂੰ ਡਰਦਿਆਂ ਡੁਰਦਿਆਂ, ਪਰ ਉਹਨਾਂ ਨੇ ਵੀ ਪੂਰਾ ਤਾਣ ਕੀਤਾ ਹੋਇਆ ਸੀ ਵੀ ਮਹਾਰਾਜ ਜੀ ਦਾ ਸਰੂਪ ਅਸੀਂ ਲੈ ਕੇ ਜਾਣਾ। ਅਸੀਂ ਮਿਹਨਤ ਕਰਕੇ ਲਿਖਿਆ, ਉਹ ਵੀ ਪੂਰਾ ਤਾਣ ਲਾ ਕੇ ਮਹੀਨਾ ਫਿਰ ਏਦਾਂ ਲੰਘ ਗਿਆ। ਕਲਗੀਧਰ ਜੀ ਫਿਰ ਇੱਕ ਦਿਨ ਉਹਨਾਂ ਦੇ ਕੋਲੋਂ ਲੰਘਣ ਲੱਗੇ। ਪਹੁੰਚੇ ਉੱਚੇ ਕਰਤ ਪੁਕਾਰ। ਇਹਨਾਂ ਸੰਤਾਂ ਨੇ, ਉਦਾਸੀਆਂ ਨੇ ਫੇਰ ਉੱਚੀ ਪੁਕਾਰ ਕੀਤੀ। ਨੰਦ ਚੰਦ ਕੁਛ ਤਰਾਸ ਨ ਮਾਨਿਓ। ਆਖਿਆ ਮਹਾਰਾਜ ਆਨੰਦ ਚੰਦ ਨੇ ਕੋਈ ਡਰ ਨਹੀਂ ਮੰਨਿਆ, ਅੱਜ ਮਹੀਨਾ ਹੋ ਗਿਆ ਹੈ। ਫੇਰ ਉਹ ਹੁਕਮ ਜੋ ਆਪ ਬਖਾਨੀ। ਆਪ ਜੀ ਨੇ ਜੋ ਹੁਕਮ ਕੀਤਾ ਸੀ, ਆਨੰਦ ਚੰਦ ਨੇ ਆਪ ਜੀ ਦੇ ਹੁਕਮ ਨੂੰ ਮੋੜ ਦਿੱਤਾ, ਫੇਰ ਦਿੱਤਾ। ਕਰਤ ਟਾਰ ਸੋ ਗ੍ਰੰਥ ਨ ਦੇਤ। ਉਹਨੇ ਟਾਲਾ ਕਰਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਹੀਂ ਦਿੱਤੇ। ਤਰਾਸਤ ਹਮੇ ਸੋ ਰਾਖਨ ਹੇਤ। ਮਹਾਰਾਜ ਉਹ ਸਾਨੂੰ ਡਰਾਉਂਦਾ ਹੈ, ਭੈ ਭੀਤ ਕਰਦਾ, ਕਹਿੰਦਾ ਇਹ ਸਰੂਪ ਮੈਂ ਹੀ ਰੱਖਣਾ ਆਪਣੇ ਕੋਲ। ਮਹਾਰਾਜ ਆਪਣੇ ਸਿਪਾਹੀਆਂ ਕੋਲੋਂ ਸਾਨੂੰ ਘੂਰ ਧੱਪੀ ਕਰਾਈ ਆ, ਧੱਕੇ ਮਾਰ ਕੇ ਉਹਨੇ ਸਾਨੂੰ ਆਪਣੇ ਘਰੋਂ ਕੱਢਿਆ ਹੈ। ਹੇ ਪ੍ਰਭ ਕਿਰਪਾ ਕਰੋ ਇਮ ਜਾਪੇ। ਇਹ ਗਰੀਬ ਨਵਾਜ ਜੀ ਤੁਸੀਂ ਕਿਰਪਾ ਕਰੋ ਤਾਂ ਇਹ ਗੱਲ ਸਮਝਾਉਣੀ ਹੈ। ਲਿਓ ਮੰਗਾਏ ਪ੍ਰਭੂ ਦਿਓ ਆਪੇ। ਮਹਾਰਾਜ ਅਸੀਂ ਨਹੀਂ ਜਾਣਾ ਹੁਣ ਸਰੂਪ ਲੈਣ ਉਹਦੇ ਕੋਲੋਂ, ਤਾਂ ਸਾਨੂੰ ਧੱਕੇ ਮਾਰਦਾ। ਤੁਸੀਂ ਆਪ ਹੀ ਮੰਗਾ ਕੇ ਦੇ ਦਿਓ। ਹੁਣ ਆਪਣੇ ਸਿਪਾਹੀ ਭੇਜੋ, ਸੇਵਕ ਭੇਜੋ, ਅਸੀਂ ਨਹੀਂ ਜਾਣਾ ਹੁਣ। ਆਨੰਦ ਚੰਦ ਦੇ ਮੱਥੇ ਨਹੀਂ ਲੱਗਣਾ ਮਹਾਰਾਜ, ਉਹ ਤਾਂ ਬੜਾ ਕਰੂਰ ਆ, ਉਹ ਤਾਂ ਤੁਹਾਡਾ ਵੀ ਡਰ ਨਹੀਂ ਮੰਨਦਾ। ਕਾਰ ਨਿਕਾਰਤ ਮਾਰਨ ਤਿਆਰਾ। ਨਾਲੇ ਗਾਲਾਂ ਕੱਢਦਾ, ਨਾਲੇ ਉਹਨੇ ਇਹ ਵੀ ਕਿਹਾ ਵੀ ਜੇ ਹੁਣ ਆਏ ਨਾ ਦੁਬਾਰਾ ਤੇ ਮਾਰ ਪਵੇਗੀ। ਮਹਾਰਾਜ ਅੱਗੇ ਗਾਲਾਂ ਤੇ ਧੱਕੇ ਮਾਰ ਕੇ ਕੱਢਿਆ ਉਹਨੇ, ਹੁਣ ਗਏ ਤਾਂ ਪਤਾ ਨਹੀਂ ਮਾਰੇਗਾ। ਅਸੀਂ ਤਾਂ ਨਹੀਂ ਮਹਾਰਾਜ ਜੀ ਹੁਣ ਜਾਣਾ, ਤੁਸੀਂ ਆਪ ਹੀ ਕਿਰਪਾ ਕਰਕੇ ਉਹਦੇ ਕੋਲੋਂ ਸਰੂਪ ਮੰਗਾ ਕੇ ਆਪਣੀ ਸਹੀ ਪਾ ਕੇ ਸਾਨੂੰ ਦੇ ਦਿਓ। ਗ੍ਰਹਿ ਆਪਣੇ ਤਿੰਨ ਗ੍ਰੰਥ ਸੰਭਾਰਾ। ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਪਵਿੱਤਰ ਸਰੂਪ ਆਨੰਦ ਚੰਦ ਨੇ ਆਪਣੇ ਘਰ ਦੇ ਵਿੱਚ ਸੰਭਾਲਿਆ ਹੋਇਆ ਹੈ। ਸੁਨ ਪੁਕਾਰ ਸਾਧਨ ਕੀ ਫੇਰ। ਇਹਨਾਂ ਉਦਾਸੀ ਸਾਧੂਆਂ ਦੀ ਪੁਕਾਰ ਕਲਗੀਧਰ ਜੀ ਨੇ ਜਦੋਂ ਦੁਬਾਰਾ ਸੁਣੀ, ਜਾਨ ਦੁਸ਼ਟ ਮਨ ਕੁਪੇ ਕਨੇ। ਮਹਾਰਾਜ ਜੀ ਨੇ ਵੇਖਿਆ ਆਨੰਦ ਚੰਦ ਨਾ ਜਿਹੜਾ ਪ੍ਰਤਿਸ਼ਠਿਤ ਵਿਅਕਤੀ, ਗੁਰੂ ਘਰ ਦਾ ਆਗੂ ਵਿਅਕਤੀ ਹੋ ਕੇ ਇਦਾਂ ਦੀ ਕਰਤੂਤ ਕਰੇ, ਗੁਰੂ ਹੁਕਮ ਨਾ ਮੰਨੇ, ਉਹ ਜ਼ਿਆਦਾ ਗੁਨਾਹਗਾਰ ਹੋਵੇਗਾ।
ਨਾਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੇ ਵਿਖਾਉਣਾ ਸੀ ਕਿ ਕੋਈ ਮਹਾਨ ਪ੍ਰਤਿਸ਼ਠਿਤ ਵਿਅਕਤੀ ਵੀ ਅਗਰ ਗੁਰੂ ਘਰ ਦੇ ਵਿੱਚ ਗਲਤੀ ਕਰਦਾ ਤੇ ਖਿਮਾ ਕਰਨ ਦੇ ਯੋਗ ਉਹ ਵੀ ਨਹੀਂ ਹੈ। ਐਸਾ ਨਹੀਂ ਵੀ ਉਹਨੂੰ ਦੀਵਾਨ ਦੀ ਪੂੰਛ ਲੱਗੀ ਹੋਈ ਹੈ ਵੀ ਇਹ ਗੁਰੂ ਘਰ ਦਾ ਦੀਵਾਨ ਹੈ, ਚਲੋ ਇਹਨੂੰ ਮਾਫ ਹੈ, ਐਸਾ ਨਹੀਂ ਹੈ। ਉਹਨੂੰ ਵੀ ਓਨੀ ਪ੍ਰਤਾੜਨਾ ਮਹਾਰਾਜ ਜੀ ਨੇ ਕੀਤੀ ਹੈ। ਤੋ ਗਲਤੀ ਕੋਈ ਵੀ ਕਰੇ ਉਹ ਖਿਮਾ, ਜੇ ਸ਼ਰਨ ਪੈ ਜੇ ਤਾਂ ਖਿਮਾ ਹੋ ਸਕਦੀ ਹੈ, ਪਰ ਜੇ ਹੰਕਾਰ ਕਰੇ ਫਿਰ ਤਾਂ ਦੰਡ ਹੀ ਮਿਲਣਾ। ਮਹਾਰਾਜ ਜੀ ਬੀਰਸ ਵਿੱਚ ਆ ਗਏ ਵੀ ਨੰਦ ਚੰਦ ਨੇ ਇੰਨੀ ਦੁਸ਼ਟਤਾ ਹੀ ਕੀਤੀ ਹੈ। द्वै ਸਿੰਘਨ ਕੋ ਭਾਖ ਪਠਾਇਓ। ਸਤਿਗੁਰੂ ਜੀ ਨੇ 2 ਸਿੰਘ ਆਪਣੇ ਤਿਆਰ ਬਰ ਤਿਆਰ ਹੁਕਮ ਕਰਕੇ ਭੇਜੇ। ਸਮੇਂ ਵਿਨਾਸ਼ ਕਿਦੋਂ ਤੋਵ ਆਇਓ। ਕਹਿਣ ਲੱਗੇ ਵੀ ਜਾ ਕੇ ਆਖੋ ਨੰਦ ਚੰਦ ਤੇਰੇ ਵਿਨਾਸ਼ ਦਾ ਸਮਾਂ ਤਾਂ ਨਹੀਂ ਆ ਗਿਆ ਜਿਵੇਂ ਦੂਜੇ ਮਸੰਦਾਂ ਦਾ ਹੋਇਆ। ਤੈਨੂੰ ਤਾਂ ਅਸੀਂ ਰੱਖ ਲਿਆ ਸੀ, ਕਿਤੇ ਭਾਵੀ ਤੈਨੂੰ ਪ੍ਰੇਰ ਕੇ ਉਸ ਪਾਸੇ ਤਾਂ ਨਹੀਂ ਲੈ ਕੇ ਜਾ ਰਹੀ। ਜਬਰੀ ਕਰੇ ਗ੍ਰੰਥ ਇਨ ਛੀਨਾ। ਇਹਨਾਂ ਵਿਚਾਰੇ ਉਦਾਸੀ ਸੰਤਾਂ ਦੇ ਉੱਤੇ ਕਾਹਦੀ ਜਬਰੀ ਕਰਦਾ? ਇਹਨਾਂ ਤੇ ਜਬਰੀ ਕਰਦਾ ਸਾਧੂ ਬੰਦੇ ਨੇ, ਆਪ ਮਹਾਤਮਾ ਨੇ, ਉਹਨਾਂ ਨੇ ਤਾਂ ਮਹਾਨ ਪਰਉਪਕਾਰ ਕੀਤਾ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖ ਕੇ ਤੁਸੀਂ ਉਹਨਾਂ ਦੇ ਉੱਤੇ ਜਬਰੀ ਕਰ ਰਹੇ ਹੋ। ਇਹਨਾਂ ਤੇ ਜਬਰੀ ਕਰਕੇ ਤੁਸੀਂ ਆਪਣਾ ਵਿਨਾਸ਼ ਕਰ ਰਹੇ ਹੋ। ਔਰ ਹੁਕਮ ਕੋ ਮੇਟਨ ਕੀਨਾ। ਪਹਿਲਾਂ ਇਹਨਾਂ ਤੇ ਜਬਰੀ ਕੀਤੀ, ਮੁੜ ਕੇ ਸਾਡਾ ਹੁਕਮ ਮੇਟ ਦਿੱਤਾ। ਅਸੀਂ ਹੁਕਮ ਕੀਤਾ ਵੀ ਦੇ ਦੇ ਤੇ ਸਾਡਾ ਹੁਕਮ ਨਹੀਂ ਮੰਨਿਆ। ਇਨ ਖੋਟੈ ਕਹਿ ਦੇ ਦਿਖਾਈ। ਤੇ ਦਿਲ ਦਾ ਤੇਰਾ ਖੋਟਾਪਨ ਨਜ਼ਰ ਆ ਰਿਹਾ ਹੈ। ਜੈ ਮਸੰਦਨ ਕੀ ਵਡਿਆਈ। ਲੱਗਦਾ ਜਿਹੜੀ ਵਡਿਆਈ ਦੂਜੇ ਮਸੰਦਾਂ ਨੂੰ ਮਿਲੀ ਆ ਉਹਨੂੰ ਹੁਣ ਉਹ ਸਿਹਰਾ ਤੈਨੂੰ ਵੀ ਮਿਲਣਾ ਜਾਪਦਾ। ਉਹ ਸਰੋਪਾ ਜਿਹੜਾ ਦੂਜੇ ਮਸੰਦਾਂ ਨੂੰ ਮਿਲਿਆ ਚਈਏ ਮਈਏ ਵਰਗਿਆਂ ਨੂੰ, ਉਹ ਹੁਣ ਜਾਪਦਾ ਤੈਨੂੰ ਵੀ ਦੇਣਾ ਪੈਣਾ। ਉਹ ਮਸੰਦਾਂ ਦੀ ਵਡਿਆਈ ਤੈਨੂੰ ਵੀ ਚਾਹੀਦੀ ਹੈ। ਜੇ ਨੈ ਦੇ ਕਹੇ ਇਸ ਬੇਰਾ। ਸਿੰਘਾਂ ਨੂੰ ਆਖਿਆ ਵੀ ਕਹਿ ਦੇ ਉਹਨੂੰ ਕਿ ਜੇ ਹੁਣ ਵੀ ਉਹ ਸਰੂਪ ਨਹੀਂ ਦਿੰਦਾ, ਆਖੇ ਵੀ ਮੈਂ ਨਹੀਂ ਦੇਣਾ। ਲੂਟ ਲੀਜੀਏ ਮੂਰਖ ਡੇਰਾ। ਬਾਦਸ਼ਾਹ ਨੇ ਆਖਿਆ ਉਹਦਾ ਡੇਰਾ ਲੁੱਟ ਲਿਆਇਓ ਸਾਰਾ, ਜੋ ਕੁਝ ਉਹਦੇ ਘਰ ਵਿੱਚ ਆ ਸਾਰਾ ਕੁਝ ਚੁੱਕ ਕੇ ਲੈ ਆਇਓ ਜੇ ਮੇਰਾ ਹੁਕਮ ਹੈ। ਇਮ ਕੈ ਨਾਥ ਅਖੇਰ ਸਿਧਾਰੇ। ਇਦਾਂ 2 ਸਿੰਘਾਂ ਦੀ ਡਿਊਟੀ ਲਾ ਕੇ ਕਲਗੀਧਰ ਦੀ ਸ਼ਿਕਾਰ ਨੂੰ ਚਲੇ ਗਏ। ਆਨਨ ਵਿਚਰੇ ਕੋਲ ਪ੍ਰਹਾਰੇ। ਜੰਗਲ 'ਚ ਵਿਚਰ ਕੇ ਗੁਰਦੇਵ ਨੇ ਸ਼ਿਕਾਰ ਖੇਡਿਆ, ਜੰਗਲੀ ਸੂਰ ਮਾਰੇ। ਸਿੰਘ ਸਾਧ ਪਹੁੰਚੇ ਤਬ ਆਏ। ਇਹਨੇ ਨੂੰ 2 ਸਿੰਘ ਤੇ ਜਿਹੜੇ ਸਾਧੂ ਉਹ ਕਹਿਣ ਲੱਗੇ ਮਹਾਰਾਜ ਅਸੀਂ, ਗੁਰੂ ਸਾਹਿਬ ਕਹਿੰਦੇ ਇਹਨਾਂ ਨੂੰ ਵੀ ਲੈ ਕੇ ਜਾਓ ਨਾਲ। ਵੇਖੋ ਕਿਵੇਂ ਹੱਥ ਲਾਉਂਦਾ ਇਹਨਾਂ ਨੂੰ ਨੰਦ ਚੰਦ, ਇਹਨਾਂ ਨਾਲ ਕਿਵੇਂ ਪੇਸ਼ ਆਉਂਦਾ। ਉਹਨਾਂ 2 ਸਾਧੂਆਂ ਨੂੰ ਵੀ ਨਾਲ ਲੈ ਕੇ ਉਹ 2ਵੇਂ ਸਿੰਘ ਭਾਈ ਨੰਦ ਚੰਦ ਕੋਲ ਆਏ। ਬੈਠੇ ਉਹ ਨੰਦ ਚੰਦ ਜੈਠਾਏ। ਜਿੱਥੇ ਨੰਦ ਚੰਦ ਆਪਣੇ ਘਰ ਬੈਠਾ ਹੋਇਆ ਸੀ। ਸਭ ਕੋ ਹੁਕਮ ਉਚਾਰਨ ਕੀਨਾ। ਸਿੰਘਾਂ ਨੇ ਜਾ ਕੇ ਕਲਗੀਧਰ ਜੀ ਦਾ ਹੁਕਮ ਨੰਦ ਚੰਦ ਨੂੰ ਸੁਣਾਇਆ। ਇਨ ਕੋ ਗ੍ਰੰਥ ਕਿਉਂ ਨਾ ਤੈ ਦੀਨਾ। ਕਹਿਣ ਲੱਗੇ ਭਾਈ ਨੰਦ ਚੰਦ ਜੀ ਇਹਨਾਂ ਦਾ ਜੋ ਪਾਵਨ ਸਰੂਪ ਹੈ ਤੂੰ ਕਿਉਂ ਨਹੀਂ ਦਿੱਤਾ? ਆਪਨੋ ਭਲੋ ਚਹਿਤ ਕਹਿ ਨਾਈ। ਤੂੰ ਆਪਣਾ ਭਲਾ ਚਾਹੁੰਦਾ ਕਿ ਨਹੀਂ ਚਾਹੁੰਦਾ? ਕਿਉਂ ਆਪਣੇ ਪੈਰਾਂ ਤੇ ਕੁਹਾੜਾ ਮਾਰਦਾ ਗਾਫਲ ਬਣ ਕੇ? ਮਿਲਿਓ ਕੈ ਚਾਹੇ ਮਸੰਦਨ ਮਾਈ। ਗੁਰੂ ਸਾਹਿਬ ਕਹਿੰਦੇ ਆ ਦੂਜੇ ਮਸੰਦਾਂ ਨਾਲ ਤਾਂ ਨਹੀਂ ਮਿਲਣਾ, ਤੂੰ ਜਾ ਕੇ ਜਿਹੜੇ ਉਹ ਚੇਤੋ ਵਰਗੇ ਨੇ, ਸਿੰਘੇ ਵਰਗੇ ਨੇ, ਕਿ ਉਹਨਾਂ ਦੇ ਨਾਲ ਜਾ ਕੇ ਤਾਂ ਨਹੀਂ ਮੇਲ ਕਰਨਾ। ਅਬ ਲੋ ਰਾਖੀ ਤੋਏ ਵਡਾਈ। ਹੁਣ ਤੱਕ ਗੁਰੂ ਜੀ ਨੇ ਤੇਰੀ ਵਡਿਆਈ ਰੱਖੀ ਹੈ, ਪਰ ਲੱਗਦਾ ਤੂੰ ਵਡਿਆਈ ਦਾ ਪਾਤਰ ਹੈ ਨਹੀਂ। ਹੁਣ ਤਾਈਂ ਗੁਰੂ ਸਾਹਿਬ ਨੇ ਤੇਰੀ ਵਡਿਆਈ ਰੱਖੀ ਹੈ। ਨਹੀਂ ਤਾਂ ਡੇਰਾ ਤੂਰਨ ਲੁੱਟ ਜਾਈ। ਅਸੀਂ ਵੀ ਤੇਰੀ ਵਡਿਆਈ ਰੱਖ ਰਹੇ ਹਾਂ ਵੀ ਚੱਲ ਤੂੰ ਦੀਵਾਨ ਹੈ, ਨਹੀਂ ਤਾਂ ਹੁਣ ਤੱਕ ਤਾਂ ਤੇਰਾ ਸਾਰਾ ਡੇਰਾ ਲੁੱਟ ਲੈਣਾ ਸੀ ਅਸੀਂ। ਦਹੋ ਗ੍ਰੰਥ ਨਿਜ ਰੱਛਾ ਕਰੀਏ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇਹਨਾਂ ਸੰਤਾਂ ਨੂੰ ਮੋੜ ਤੇ ਆਪਣੀ ਰੱਖਿਆ ਕਰ ਲੈ। ਕਿਉਂ ਨਾ ਹਕ ਨਿਜ ਕਾਜ ਬਿਗੜੀਏ। ਕਿਉਂ ਬਿਨਾਂ ਗੱਲ ਤੋਂ ਆਪਣਾ ਕੰਮ ਵਿਗਾੜਦਾ, ਚੰਗਾ ਭਲਾ ਬਣਿਆ ਹੋਇਆ। ਗਰਬਤ ਬੋਲਿਓ ਗ੍ਰੰਥ ਨ ਦੇਹੋ। ਅੱਗੋਂ ਨੰਦ ਚੰਦ ਬੜੇ ਹੰਕਾਰ ਦੇ ਵਿੱਚ ਬੋਲਿਆ, ਕਹਿੰਦਾ ਜੋ ਮਰਜ਼ੀ ਕਰ ਲੋ, ਮੈਂ ਨਹੀਂ ਦਿੰਦਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ। ਕਰ ਲੋ ਜੋ ਕਰਨਾ ਤੁਸੀਂ। ਏਦਾਂ ਬੜਾ ਗੁੱਸੇ ਵਿੱਚ ਆਇਆ ਨੰਦ ਚੰਦ, ਕਹਿੰਦਾ ਮੈਂ ਨਹੀਂ ਦਿੰਦਾ ਸਰੂਪ ਮਹਾਰਾਜ ਜੀ ਦਾ। ਗੁਰ ਬਨਾਏ ਬੇ ਸਮਰਥ ਮੈਂ ਹੋ। ਕਹਿੰਦਾ ਗੁਰੂ ਬਣਾਉਣ ਦੀ ਸਮਰੱਥਾ ਮੇਰੇ ਕੋਲ ਹੈ, ਜਿਹਨੂੰ ਚਾਹੇ ਮਰਜ਼ੀ ਗੁਰੂ ਬਣਾ ਦੇ। ਖੋਟੀ ਮੱਤ ਜਦੋਂ ਆਉਂਦੀ, ਕਹਿੰਦਾ ਰੱਬ ਨਾ ਡਾਂਗੀ ਮਾਰਦਾ, ਮੱਤ ਦੇ ਕੁਬੱਲੀ।
ਪਰਮੇਸ਼ਰ ਦੀ ਡਾਂਗ ਇਹੀ ਹੈ, ਇਹੋ ਜਿਹੀ ਭਿਆਨਕ ਮਾਰ ਹੈ। ਉਹ ਕਹਿੰਦੇ ਰੱਬ ਦੀ ਡਾਂਗ ਦੇ ਵਿੱਚ, ਲਾਠੀ ਵਿੱਚ ਆਵਾਜ਼ ਨਹੀਂ ਆਉਂਦੀ ਜਦੋਂ ਪੈਂਦੀ ਹੈ, ਪਰ ਪਤਾਲ 'ਚ ਧਸਾ ਕੇ ਰੱਖ ਦਿੰਦੀ ਹੈ, ਰਸਾਤਲ 'ਚ ਧਸਾ ਕੇ ਰੱਖ ਦਿੰਦੀ ਹੈ। ਉਹ ਡਾਂਗ ਕਿਹੜੀ ਹੈ? ਰੱਬ ਦੀ ਖੋਟੀ ਮੱਤ। ਨੰਦ ਚੰਦ ਹਾਲਾਂਕਿ ਅੱਖਾਂ ਨਾਲ ਵੇਖਿਆ ਕਿ ਕਿਵੇਂ ਉੱਥੇ ਦੇਹਰਾਦੂਨ ਮਸੰਦ ਸਾੜੇ ਸੀ, ਉਹ ਵੀ ਇਹਨੇ ਵੇਖੇ ਨੇ ਆਪਣੀ ਅੱਖਾਂ ਨਾਲ, ਆਪ ਹੀ ਬੰਨ ਕੇ ਲਿਆਉਂਦਾ ਰਿਹਾ ਉਹਨਾਂ ਮਸੰਦਾਂ ਨੂੰ। ਆਨੰਦਪੁਰ ਸਾਹਿਬ ਵੀ ਵੇਖੇ ਨੇ। ਪਰ ਜਦੋਂ ਮੱਤ ਤੇ ਪੜਦਾ ਪੈ ਜੇ, ਵਿਨਾਸ਼ ਕਾਲੇ ਵਿਪਰੀਤ ਬੁੱਧੀ, ਵਿਪਰੀਤ ਬੁੱਧੀ ਜਿਹੜੀ ਉਲਟ ਬੁੱਧੀ ਹੁੰਦੀ ਹੈ ਨਾ, ਖੋਟੀ ਬੁੱਧ, ਉਹ ਵਿਨਾਸ਼ ਕਾਲ ਬਣ ਜਾਂਦੀ। ਆ ਗਿਆ ਸਮਾਂ ਆਨੰਦ ਚੰਦ ਦਾ ਵੀ, ਕਹਿੰਦਾ ਗੁਰੂ ਬਣਾਉਣਾ ਮੇਰੇ ਹੱਥ ਹੈ। ਸ਼੍ਰੀ ਗੁਰੂ ਹਰਗੋਬਿੰਦ ਕੋ ਬੰਸ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਿਹੜੀ ਅੰਸ਼ ਬੰਸ ਹੈ, ਇਸ ਟਿਗ ਬੈਸੋਂ ਕਰੋ ਪ੍ਰਸ਼ੰਸ। ਉਹ ਕਰਤਾਰਪੁਰ ਸਾਹਿਬ, ਕੀਰਤਪੁਰ ਸਾਹਿਬ ਬੜੀ ਅੰਸ਼ ਬੰਸ ਹੈ। ਜਿਹਦੇ ਕੋਲ ਬਹਿ ਗਿਆ ਜਾ ਕੇ ਮੈਂ, ਉਹਨੇ ਆਪੇ ਗੁਰੂ ਬਣ ਜਾਣਾ। ਪ੍ਰਿੰਦ ਸੰਗਤਾਂ ਤਹਾਂ ਬੁਲਾਵੋ, ਸਾਰੀਆਂ ਸੰਗਤਾਂ ਮੈਂ ਉੱਥੇ ਸੱਦ ਲੈਣੀਆਂ ਨੇ ਜਿਹਨੂੰ ਗੁਰੂ ਬਣਾਵਾਂਗਾ। ਦਰਬ ਅਕੋਰਨ ਦੇ ਪੁਜਵਾਵੋ, ਔਰ ਭਟਾਵਾਂ ਦੇ ਕੇ ਉਹਨਾਂ ਦੀ ਪੂਜਾ ਕਰਵਾਵਾਂਗਾ। ਸੁਨ ਦਵੈ ਸਿੰਘਨ ਤਬੇ ਬਖਾਨਾ, ਉਹ ਸਿੰਘਾਂ ਨੇ ਸੁਣ ਕੇ ਅੱਗੋਂ ਜਵਾਬ ਦਿੱਤਾ, ਦੇਹੋ ਆਵਨ ਅਬ ਕਿਰਪਾ ਨਿਧਾਨਾ। ਕਹਿੰਦੇ ਅੱਛਾ ਆਨੰਦ ਚੰਦ ਠਹਿਰ ਜਾ, ਫਿਰ ਤੇਰੇ ਨਾਲ ਬੋਲਾਂ ਦਾ ਫਲ ਤੈਨੂੰ ਕਿਵੇਂ ਭੁਗਤਣਾ। ਕਲਗੀਧਰ ਜੀ ਆ ਜਾਣ, ਕਿਉਂਕਿ ਉਹਨਾਂ ਦੇ ਹੁਕਮ ਤੋਂ ਬਿਨਾਂ ਅਸੀਂ ਕੁਝ ਕਰ ਨਹੀਂ ਸਕਦੇ, ਕਿਉਂਕਿ ਤੇਰੀ ਪਦਵੀ ਗੁਰੂ ਘਰ ਵਿੱਚ ਵੱਡੀ ਦੀਵਾਨ ਹੈ। ਆ ਜਾਣ ਦੇ ਸਤਿਗੁਰਾਂ ਨੂੰ, ਉਹਨਾਂ ਨੂੰ ਤੇਰੀਆਂ ਇਹ ਸਾਰੀਆਂ ਗੱਲਾਂ ਦੱਸਾਂਗੇ। ਫਿਰ ਜਦੋਂ ਹੁਕਮ ਕਰਨਗੇ ਫਿਰ ਵੇਖਦੇ ਆਂ ਤੇਰਾ ਬਚਾਅ ਕਿਵੇਂ ਹੁੰਦਾ ਹੈ। ਬੀਤੀ ਸੰਗ ਮਸੰਦਨ ਜੈਸੇ, ਜੋ ਦੂਜੇ ਮਸੰਦਾਂ ਨਾਲ ਬੀਤੀ ਸ਼ਾਇਦ ਉਹਨਾਂ ਨਾਲੋਂ 2 ਗੁਣਾ ਵੱਧ ਹੀ ਹੋਵੇ ਤੇਰੇ ਨਾਲ। ਯਾਦ ਰੱਖੀਏ ਜਿਹੜੇ ਤੂੰ ਬੋਲੇ ਨੇ ਨਾ, ਇਹਦਾ ਫਲ ਤੈਨੂੰ ਭੁਗਤਣਾ ਪੈਣਾ। ਹੋਏ ਹੈ ਤੋਏ ਸਾਤ ਪੀਤ ਐਸੇ, ਉਹਨਾਂ ਦੂਜੇ ਮਸੰਦਾਂ ਦੇ ਨਾਲ ਹੀ ਤੈਨੂੰ ਜਾ ਕੇ ਰਲਣਾ ਪੈਣਾ। ਹੁਕਮ ਹਟਾਏ ਗਰਭ ਤੇ ਕਹੇ, ਉਹ ਸਤਿਗੁਰਾਂ ਦਾ ਹੁਕਮ ਮੋੜ ਕੇ ਹੰਕਾਰ ਦੇ ਨਾਲ ਇਹ ਬੋਲਦਾ। ਗੁਰੂ ਬਨਾਵਨ ਮਮ ਕਰ ਆਏ, ਕਹਿਣਾ ਗੁਰੂ ਬਣਾਉਣਾ ਮੇਰੇ ਹੱਥ ਵਿੱਚ ਹੈ। ਇਹ ਬੋਲਦਿਆਂ ਤੈਨੂੰ ਲਾਜ ਨਹੀਂ ਆਉਂਦੀ। ਸਿਮ ਕੈ ਸਿੱਖ ਗਮਨੇ ਨਿਜ ਡੇਰੇ, ਇਹ ਤਾਂ ਕਹਿ ਕੇ ਸਿੱਖ ਉਹਨਾਂ ਸਾਧਾਂ ਨੂੰ ਵੀ ਨਾਲ ਲਿਆ ਚੱਲ ਪਏ। ਪਾਛੇ ਉਪਜੇ ਉਤਰਾਸ ਕਨੇਰੇ, ਹੁਣ ਆਨੰਦ ਚੰਦ ਬੋਲ ਤਾਂ ਬੈਠਾ, ਪਰ ਬਾਅਦ ਵਿੱਚ ਇਹਦੇ ਮਨ 'ਚ ਡਰ ਪੈਦਾ ਹੋ ਗਿਆ। ਮਮ ਦੁਰਬਾਕ ਭਨੇ ਜਬ ਸੁਨ ਹੈ, ਸੋਚਦਾ ਵੀ ਜਿਹੜੇ ਬੋਲ ਮੈਂ ਬੋਲੇ ਨੇ ਖੋਟੇ, ਜਦੋਂ ਗੁਰੂ ਸਾਹਿਬ ਨੂੰ ਇਹ ਜਾ ਕੇ ਦੱਸਣਗੇ, ਤਜੇ ਨਾ ਗੈ ਬੰਦੈ ਸਿੱਖ ਹਨ। ਪੱਕਾ ਹੈ ਕਿ ਮੈਨੂੰ ਛੱਡਣਾ ਨਹੀਂ, ਉਹਨਾਂ ਨੇ ਫੜ ਕੇ ਬੰਨ ਲੈਣਾ। ਜ਼ੀਨ ਪਵਾਏ ਸ਼ਿਗਰ ਚੱਲ ਪਰੇ, ਇਹਨੇ ਉਸੇ ਵੇਲੇ ਘੋੜੇ ਤੇ ਕਾਠੀ ਪਵਾਈ ਤੇ ਤਿਆਰੀ ਕਰ ਲਈ ਚੱਲਣ ਦੀ। ਗ੍ਰੰਥ ਦਾਸ ਕੇ ਸਿਰ ਪਰ ਧਰੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਪਣੇ ਇੱਕ ਨੌਕਰ ਦੇ ਸਿਰ ਤੇ ਰੱਖਿਆ ਤੇ ਚੱਲ ਪਿਆ। ਪਰ ਵਸਤ ਕੁਝ ਪਟ ਨਿਜ ਲੈ ਕੇ, ਕੁਝ ਕੁ ਸਿਪਾਹੀ 5-7 ਬੰਦੇ ਸਿਪਾਹੀ ਨਾਲ ਲੈ ਕੇ ਤੇ ਕੁਝ ਹੋਰ ਜਿਹੜੀਆਂ ਘਰ ਦੀਆਂ ਜ਼ਰੂਰੀ ਵਸਤੂਆਂ ਸੀ ਲੈ ਕੇ ਆਨੰਦ ਚੰਦ ਚੱਲ ਪਿਆ। ਗਇਓ ਪਾਜ ਕਰ ਪੁਰ ਕਰ ਤਾਰਾ, ਬਸ ਦੌੜਿਆ ਜਿਉਂ ਵੀ ਗੁਰੂ ਸਾਹਿਬ ਦੇ ਵਾਪਸ ਆਉਂਦਿਆਂ ਤੋਂ ਪਹਿਲਾਂ ਨਿਕਲ ਜਾਵਾਂ। ਇਹ ਸ੍ਰੀ ਆਨੰਦਪੁਰ ਸਾਹਿਬ ਤੋਂ ਦੌੜ ਕੇ ਸਿੱਧਾ ਕਰਤਾਰਪੁਰ ਸਾਹਿਬ ਪਹੁੰਚਿਆ। ਬਨ ਤੇ ਆਏ ਪ੍ਰਭੂ ਉਦਾਰਾ, ਉਧਰ ਕਲਗੀਧਰ ਜੀ ਜਦੋਂ ਸ਼ਿਕਾਰ ਖੇਡ ਕੇ ਵਾਪਸ ਆਏ, ਗਇਓ ਪਲਾਇਨ ਸੁਨ ਸੁਧ ਸਾਰੀ। ਪਤਾ ਕੀਤਾ ਵੀ ਆਨੰਦ ਚੰਦ ਨੇ ਆਹ ਕਰਤੂਤ ਕੀਤੀ, ਭੱਜ ਗਿਆ, ਦੌੜ ਗਿਆ। ਸ਼ਰਾਪ ਹੇਤ ਗੁਰ ਗਿਰਾ ਉਚਾਰੀ, ਕਲਗੀਧਰ ਪਾਤਸ਼ਾਹ ਜੀ ਨੇ ਸੁਭਾਵਕ ਬਚਨ ਕਹੇ ਅਤੇ ਮਸੰਦਨ ਜਿਮ ਲਖ ਭਾਜਾ। ਮਹਾਰਾਜ ਜੀ ਕਹਿੰਦੇ ਜਿਵੇਂ ਦੂਜੇ ਮਸੰਦ ਮਾਰੇ ਗਏ ਭੱਜੇ, ਮ੍ਰਿਤਿਉ ਕੇ ਡਰ ਤੇ ਕੀਨ ਕੁਕਾਜਾ। ਮੌਤ ਦੇ ਡਰ ਕਰਕੇ ਉਹਨੇ ਖੋਟਾ ਕੰਮ ਕੀਤਾ, ਸਾਡੇ ਕੋਲੋਂ ਭੱਜ ਕੇ ਬੇਮੁਖ ਹੋ ਕੇ ਗਿਆ। ਅਬ ਜੈ ਹੈ ਮ੍ਰਿਤਿਉ ਤਿਸ ਆਗੇ, ਸਾਡੇ ਕੋਲੋਂ ਡਰ ਕੇ ਭੱਜਿਆ ਬੇਮੁਖ ਹੋ ਕੇ ਵੀ ਮੈਨੂੰ ਮਾਰ ਨਾ ਦੇਣ, ਪਰ ਜਿੱਥੇ ਗਿਆ ਮੌਤ ਨੇ ਤਾਂ ਉੱਥੇ ਵੀ ਉਹਨੂੰ ਮਾਰ ਦੇਣਾ ਹੈ। ਮੌਤ ਨੇ ਤਾਂ ਉੱਥੇ ਵੀ ਉਹਦਾ ਕਾਲ ਬਣ ਕੇ ਉਹਨੂੰ ਖਾ ਜਾਣਾ। ਅਜੇ ਪ੍ਰਾਣ ਕਿਮ ਬਾਚੇ ਭਾਗੇ, ਸਾਡੇ ਕੋਲ ਰਹਿ ਕੇ ਮਰਦਾ
ਤੇ ਮੁਕਤ ਹੋ ਜਾਂਦਾ। ਹੁਣ ਉੱਥੇ ਬੇਮੁਖ ਹੋ ਕੇ ਮਰੇਗਾ ਤੇ ਉਹ ਅਵਗਤ ਨੂੰ ਪ੍ਰਾਪਤ ਹੋਵੇਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕਹੇ, ਕਿਸੀ ਗ੍ਰੰਥ ਕੋ ਪੜੇ ਨਾ ਕੋਈ। ਕਹਿੰਦੇ ਜਿਹੜਾ ਸਰੂਪ ਲੈ ਕੇ ਦੌੜਿਆ ਉਹ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਨਹੀਂ ਪੜ੍ਹੇਗਾ। ਉਸ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਪਾਠ ਕੋਈ ਨਹੀਂ ਕਰੇਗਾ। ਗ੍ਰਾਮ ਡਰੋਲੀ ਥਿਰ ਹੋਏ ਸੋਈ। ਖਾਲਸਾ ਜੀ ਭਾਈ ਸਾਹਿਬ ਕਹਿੰਦੇ ਉਹ ਸਰੂਪ ਹੁਣ ਵੀ ਭਾਈ ਕੀ ਡਰੋਲੀ, ਜਿੱਥੇ ਭਾਈ ਸਾਈਂ ਦਾਸ ਜੀ ਦਾ ਘਰ ਹੈ ਉਹਦੇ ਨਾਲ ਹੀ ਭਾਈ ਉਮਰ ਸ਼ਾਹ ਜੀ ਦੇ ਪਰਿਵਾਰ ਦੇ ਵਿੱਚ ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹਾਲੇ ਵੀ ਸੁਸ਼ੋਭਿਤ ਹੈ। ਉਹ ਸਰੂਪ ਦੇ ਦਰਸ਼ਨ ਕਰਾਉਂਦੇ ਨੇ ਪਰ ਉਹਦਾ ਸੰਪੂਰਨ ਪਾਠ ਨਹੀਂ ਕੀਤਾ ਜਾਂਦਾ। ਕੁਝ ਪ੍ਰਾਤਨ ਵਸਤੂਆਂ ਜਿਹੜੀਆਂ ਨੇ ਮਹਾਰਾਜ ਜੀ ਦਾ ਕਛਹਿਰਾ ਦਸਵੇਂ ਪਾਤਸ਼ਾਹ ਦਾ, ਕੁਝ ਹੋਰ ਕੁਝ ਵਸਤੂਆਂ ਜਿਹੜੀਆਂ ਨੇ ਸੰਗਤਾਂ ਉੱਥੇ ਦਰਸ਼ਨ ਕਰਦੀਆਂ। ਤੋ ਇਸ ਪ੍ਰਕਾਰ ਨਾਲ ਕਲਗੀਧਰ ਜੀ ਨੇ ਆਖਿਆ ਇਹ ਸਰੂਪ ਪ੍ਰਵਾਨ ਨਹੀਂ ਹੋਇਆ, ਜਿਹੜਾ ਸਰੂਪ ਲੈ ਕੇ ਗਿਆ ਇਹਦਾ ਕੋਈ ਸੰਪੂਰਨ ਪਾਠ ਨਹੀਂ ਕਰੇਗਾ। ਇਮ ਕਲਗੀਧਰ ਸਰਾਪ ਉਚਾਰਾ। ਇਦਾਂ ਕਲਗੀਧਰ ਜੀ ਨੇ ਬਚਨ ਕਹੇ, ਡੇਰਾ ਤੈਂ ਲੁਟਾਏ ਦਿਓ ਸਾਰਾ। ਆਖਿਆ ਜਿੱਥੇ ਆਨੰਦ ਚੰਦ ਰਹਿੰਦਾ ਸੀ ਸਾਰਾ ਡੇਰਾ ਉਹਦਾ ਉਜਾੜ ਦਿਓ। ਤੇ ਜਬ ਆਨੰਦ ਚੰਦ ਚੱਲ ਗਇਓ। ਉਤਰ ਜਦੋਂ ਆਨੰਦ ਚੰਦ ਕਰਤਾਰਪੁਰ ਸਾਹਿਬ ਗਿਆ, ਨਰਪਟ ਧੀਰ ਮਲ ਪੈ ਦਿਓ। ਇਹਨੇ ਪਹਿਲਾਂ ਆਪਣਾ ਬੰਦਾ ਬਾਬੇ ਧੀਰਮਲ ਕੋਲ ਭੇਜਿਆ ਵੀ ਧੀਰਮਲ ਦੇ ਨਾਲ ਸੰਧੀ ਕਰੀਏ। ਧੀਰਮਲ ਗੁਰੂ ਘਰ ਦਾ ਦੁਸ਼ਮਣ ਹੈ, ਨੌਵੇਂ ਪਾਤਸ਼ਾਹ ਦੇ ਗੋਲੀਆਂ ਚਲਾਉਂਦਾ ਰਿਹਾ ਤੇ ਉਹਦੇ ਨਾਲ ਮਿੱਤਰਤਾ ਪਾਉਨੇ ਆ ਤੋ ਦੁਸ਼ਮਣ ਦੇ ਦੁਸ਼ਮਣ ਨੂੰ ਮਿੱਤਰ ਬਣਾ ਲੈਣਾ ਚਾਹੀਦਾ। ਤੋ ਧੀਰਮਲ ਦੇ ਕੋਲੇ ਨੇ ਆਪਣਾ ਇੱਕ ਬੰਦਾ ਭੇਜਿਆ ਮੇਲ ਕਰਨ ਲਈ। ਸੁਧ ਕਰ ਮਿਲਿਓ ਹੰਕਾਰਤ ਕਹੇ। ਉਹਨੂੰ ਖਬਰ ਦੇ ਕੇ ਮਿਲਿਆ ਤੇ ਬੜੇ ਹੰਕਾਰ ਦੇ ਵਿੱਚ ਧੀਰਮਲ ਨੂੰ ਕਹਿੰਦਾ ਆਨੰਦ ਚੰਦ, ਲਾਖੋ ਸੰਗਤ ਮਮ ਬਸ ਆਏ। ਕਹਿੰਦਾ ਧੀਰਮਲ ਮੇਰੇ ਵਸ ਵਿੱਚ ਲੱਖਾਂ ਸੰਗਤਾਂ ਨੇ, ਕਰ ਗੁਰ ਤੁਝ ਕੋ ਧਨ ਅਰ ਪਾਵੋ। ਆ ਲੱਖਾਂ ਲੋਕ ਨੇ ਮੇਰੇ ਪਿੱਛੇ, ਮੈਂ ਤੈਨੂੰ ਗੁਰੂ ਬਣਾਵਾਂਗਾ ਔਰ ਉਹਨਾਂ ਕੋਲੋਂ ਪੈਸੇ ਤੇਰੇ ਚਰਨਾਂ ਵਿੱਚ ਅਰਪਣ ਕਰਾਵਾਂਗਾ। ਸਭ ਦਿਸ਼ ਕੇ ਸਿੱਖਿਆਨ ਝੁਕਾਵੋ। ਸਾਰੇ ਦਿਸ਼ਾਵਾਂ ਦੇ ਸਿੱਖ ਮੈਂ ਤੇਰੇ ਪੈਰੀ ਝੁਕਾਵਾਂਗਾ। ਜਾਮੇ ਕੀ ਅਸਤੀਨ ਜੇ ਚਾਰੋ। ਮੈਂ ਆਪਣੇ ਚੋਲੇ ਦੀ ਜੇ ਕਲੀ ਝਾੜ ਦਿਆਂ ਸਤ ਛਿਨ ਤਿਸ ਤੇ ਗੁਰੂ ਨਿਕਾਰੋ। ਉਹਦੇ ਵਿੱਚੋਂ ਮੈਂ ਗੁਰੂ ਕੱਢ ਕੇ ਬਿਠਾ ਸਕਦਾ, ਇੰਨੀ ਮੇਰੇ 'ਚ ਤਾਕਤ ਹੈ। ਤਿਆਦਕ ਕਹਿ ਨਮਰੀ ਹੋਇਓ। ਏਦਾਂ ਕਹਿ ਕੇ ਆਨੰਦ ਚੰਦ ਨਾਲੇ ਮੂੰਹ ਚੋਂ ਹੰਕਾਰ ਦੀ ਗੱਲ ਕਰਦਾ, ਨਾਲੇ ਧੀਰਮਲ ਨੂੰ ਮੱਥਾ ਟੇਕਦਾ। ਓ ਨਿਸਾ ਕਰ ਡੇਰਾ ਸੋਏ। ਰਾਤ ਇਹਨੇ ਉੱਥੇ ਹੀ ਡੇਰਾ ਰੱਖਿਆ ਆਨੰਦ ਚੰਦ ਨੇ ਕਰਤਾਰਪੁਰ ਧੀਰਮਲ ਦੇ ਡੇਰੇ ਤੇ। ਧੀਰਮਲ ਨਿਕਟੀ ਰਹਿ ਕਈ। ਧੀਰਮਲ ਦੇ ਕਈ ਨਿਕਟਵਰਤੀ ਉਹਦੇ ਚੇਲੇ ਸਨ। ਸਿੱਖ ਮਸੰਦ ਮੁਸਾਹਿਬ ਸੇਈ। ਜਿਹੜੇ ਧੀਰਮਲ ਦੇ ਸੇਵਕ ਸਨ, ਮੁਸਾਹਿਬ ਸਨ, ਮਸੰਦ ਸਨ। ਤਿਨੋ ਚਿੰਤ ਕਰ ਮਸਲਤ ਠਾਨੀ। ਉਹ ਬੜੇ ਚਿੰਤਤ ਹੋਏ ਆਨੰਦ ਚੰਦ ਨੂੰ ਆਇਆ ਵੇਖ ਕੇ ਤੇ ਸਲਾਹ ਕਰਦੇ ਧੀਰਮਲ ਨਾਲ। ਬੁੱਧ ਸੂਰਤਾ ਇਸੇ ਮਾਨੀ। ਕਹਿੰਦੇ ਧੀਰਮਲ ਇਹ ਬੰਦਾ ਨਹੀਂ ਆਪਾਂ ਨੂੰ ਮਾਫਕ, ਕਿਉਂਕਿ ਇਹ ਸੂਰਮਾ ਹੈ, ਸ਼ਸਤਰਧਾਰੀ ਹੈ, ਇਹ ਬੜਾ ਸੂਰਮਾ ਹੈ। ਨੈ ਦਿਓ ਰਹਿਬੇ ਕਰੋ ਨਿਕਾਸਨ। ਇਹਨੂੰ ਇੱਥੇ ਆਪਣੇ ਕੋਲ ਨਾ ਰੱਖ, ਇਹਨੂੰ ਇੱਥੋਂ ਟੋਰ ਦੇ। ਕਹਿ ਰਚ ਛਲ ਕੋ ਪ੍ਰਾਨ ਵਿਨਾਸ਼ਨ। ਜਾਂ ਕੋਈ ਛਲ ਕਪਟ ਕਰਕੇ ਇਹਨੂੰ ਮਾਰ ਕੇ ਖਤਮ ਕਰ ਦੇ। ਧੀਰ ਮਲ ਕੇ ਨਿਕਟ ਸਿਧਾਰੇ। ਧੀਰਮਲ ਦੇ ਕੋਲ ਗਏ ਕੁਝ ਚੇਲੇ ਉਹਦੇ। ਅਨਕ ਸਿਆਣਪ ਸਹਿਤੀ ਉਚਾਰੇ। ਕਈਆਂ ਨੇ ਸਿਆਣਪ ਨਾਲ ਧੀਰਮਲ ਨਾਲ ਗੱਲ ਕੀਤੀ। ਤੁਮ ਰਿਪ ਸ਼੍ਰੀ ਗੋਬਿੰਦ ਸਿੰਘ ਸਾਹਿਬ। ਕਹਿਣ ਲੱਗੇ ਧੀਰਮਲ ਤੇਰੇ ਦੁਸ਼ਮਣ ਗੁਰੂ ਗੋਬਿੰਦ ਸਿੰਘ ਸਾਹਿਬ ਹਨ। ਇਨਕੇ ਟਿਗ ਇਹ ਵੱਡੋ ਮੁਸਾਹਿਬ। ਇਹ ਉਹਨਾਂ ਦੇ ਕੋਲ ਵੱਡਾ ਮੁਸਾਹਿਬ ਹੈ, ਦੀਵਾਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦਾ। ਰਚਿਓ ਕਪਟ ਆਇਓ ਚੱਲ ਡੇਰੇ। ਇਹ ਜਾਪਦਾ ਕੋਈ ਕਪਟ ਕਰਕੇ ਨੀਤੀ ਨਾਲ ਆਏ ਨੇ ਇੱਥੇ, ਨਹੀਂ ਤੇ ਏਡਾ ਵੱਡਾ ਦੀਵਾਨ ਗੁਰੂ ਤੂੰ ਥੋੜੀ ਦੌੜ ਕੇ ਆਉਣਾ ਸੀ। ਇਹਨੇ ਜ਼ਰੂਰ ਆ ਕੇ ਇੱਥੇ ਕੋਈ ਛਲ ਕਪਟ ਕੀਤਾ। ਕਰੇ ਵਿਨਾਸ਼ਨ ਰਹਿ ਤੁਮ ਨੇਰੇ। ਇਹ ਤੇਰੇ ਨੇੜੇ ਰਹਿ ਕੇ ਤੈਨੂੰ ਮਾਰੇਗਾ। ਕਹਿ ਕਰਤਾਰਪੁਰਾ ਲੈ ਚੀਨ। ਹੋ ਸਕਦਾ ਕਰਤਾਰਪੁਰ ਨਗਰ ਤੇਰੇ ਕੋਲੋਂ ਖੋਹ ਲਵੇ। ਬੈਠੇ ਨਿਕਟ ਭੇਤ ਲੈ ਚੀਨ। ਔਰ ਤੇਰੇ ਕੋਲ ਰਹਿ ਕੇ ਤੇਰਾ ਸਾਰਾ ਭੇਤ ਗੁਰੂ ਜੀ ਕੋਲ ਭੇਜਦਾ ਰਹੇਗਾ। ਸ਼ਸਤਰ ਹਤਨ ਮੈਂ ਦੀਰਗ ਗਾਡੋ। ਤੇਰੇ ਸ਼ਸਤਰ ਚਲਾਉਣ ਵਿੱਚ ਵੀ ਬੜਾ ਸੂਰਮਾ ਆਨੰਦ ਚੰਦ।
ਰਹੇ ਨਾ ਕੋਈ ਇਸ ਸਨਮੁਖ ਠਾਂਡੋ। ਕੋਈ ਇਹਦੇ ਸਾਹਮਣੇ ਖਲੋ ਨਹੀਂ ਸਕਦਾ, ਐਡਾ ਸ਼ਸਤਰ ਧਾਰੀ ਹੈ। ਜੇ ਕਰ ਚਾਹੇ ਆਪਨੋ ਨੀਕਾ, ਜੇ ਕਰ ਧੀਰ ਮਲ ਤੂੰ ਆਪਣਾ ਭਲਾ ਚਾਹੁੰਦਾ ਹੈ, ਇਸਕੇ ਹਤੇ ਹੋਤ ਇਤ ਜੀ ਕਾ। ਇਹਨੂੰ ਮਾਰ ਦੇ ਤਾਂ ਹੀ ਤੇਰਾ ਭਲਾ ਹੋਣਾ, ਕਿਉਂਕਿ ਇਹ ਜਿਉਂਦਾ ਰਿਹਾ ਤੇਰੇ ਕੋਲ ਇੱਥੇ ਇਹਨੇ ਕਾਬੂ ਨਹੀਂ ਆਉਣਾ। ਆਏ ਅਚਾਨਕ ਬਸ ਮੈਂ ਇਹ ਪਰਿਓ, ਤਾਂ ਅਚਾਨਕ ਤੇਰੇ ਵਸ ਵਿੱਚ ਆਣ ਪਿਆ ਹੈ। ਜਿਸ ਕੋ ਚੈਤ ਪ੍ਰਾਨ ਪਰਾਰਿਓ, ਤੇ ਜਿਸ ਦੇ ਤੂੰ ਪ੍ਰਾਣ ਪ੍ਰਹਰਨਾ ਚਾਹੁੰਦਾ ਹੈ। ਕਾਜ ਬਿਗਾਰੇ ਅਨਿਕ ਤੁਹਾਰੇ, ਇੱਥੇ ਰਹਿ ਕੇ ਤੁਹਾਡੇ ਕਈ ਕੰਮ ਵਿਗਾੜੇਗਾ। ਲਿਓ ਪਲਟਾ ਅਬ ਇਸ ਕੋ ਮਾਰੇ। ਇਹਨਾਂ ਨੇ ਪਹਿਲਾਂ ਤੇਰੇ ਬੜੇ ਕੰਮ ਵਿਗਾੜੇ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇਹ ਦੀਵਾਨ ਹੈ, ਇਹਨੂੰ ਮਾਰ ਕੇ ਤੂੰ ਗੁਰੂ ਜੀ ਕੋਲੋਂ ਬਦਲਾ ਲੈ। ਸੁਨ ਕੈ ਧੀਰ ਮਲ ਤਬ ਕਹਿਓ, ਸੁਣ ਕੇ ਅੱਗੋਂ ਧੀਰ ਮਲ ਬੋਲਿਆ, ਆਪਣੇ ਮਸਾਹਿਬਾਂ ਨੂੰ ਕਹਿਣ ਲੱਗਾ, ਕਿਮ ਇਸ ਹਤੇ ਵੀਰ ਵੱਡ ਲਿਓ। ਕਹਿੰਦਾ ਮਾਰਾਂਗੇ ਕਿਵੇਂ ਇਹਨੂੰ, ਇਹ ਤਾਂ ਸੂਰਮਾ ਬੜਾ ਹੈ। ਸ਼ਸਤਰਨ ਜੁਤ ਸਨਮੁਖ ਜਬ ਹੋਵੇ, ਜਦੋਂ ਸ਼ਸਤਰ ਪਕੜ ਕੇ ਇਹਦੇ ਸਾਹਮਣੇ ਜਾਵਾਂਗੇ, ਅਤੇ ਅਨਿਕ ਕੋ ਸਮੁਖ ਖਰੋਵੇ। ਇਹਨੂੰ ਤਾਂ ਕੀ ਮਾਰਨਾ, ਇਹਨੇ ਸਾਡੇ ਕਈ ਮਾਰ ਦੇਣੇ ਨੇ, ਫਿਰ ਕਿਵੇਂ ਇਹਦੇ ਸਾਹਮਣੇ ਖਲੋਵਾਂਗੇ। ਪੁਨ ਸਭ ਇਨ ਮਾਰਨ ਬਿਦ ਕਈ, ਉਹਨਾਂ ਨੇ ਫਿਰ ਮਾਰਨ ਦਾ ਤਰੀਕਾ ਕਿਹਾ, ਦੱਸਿਆ ਧੀਰ ਮਲ ਨੂੰ ਵੀ ਕਿੱਦਾਂ ਮਾਰਨਾ ਇਹਨੂੰ ਨੰਦ ਚੰਦ ਨੂੰ। ਕਰੇ ਸੰਘਾਰਨ ਜਾਣੇ ਨਹੀਂ, ਕਹਿੰਦੇ ਏਦਾਂ ਮਾਰਾਂਗੇ ਵੀ ਪਤਾ ਹੀ ਨਾ ਲੱਗੇ ਉਹਨੂੰ ਵੀ ਅਸੀਂ ਉਹਨੂੰ ਮਾਰਨ ਲੱਗੇ ਆ। ਪਈ ਪ੍ਰਭਾਤ ਨਿਕਟ ਜਬ ਐ, ਕਹਿੰਦੇ ਕੱਲ ਸਵੇਰੇ ਜਦੋਂ ਇਹ ਤੈਨੂੰ ਮਿਲਣ ਆਵੇਗਾ, ਇਹ ਤੁਪਕ ਇੱਕ ਵੀਰ ਛਪੇ, ਇੱਕ ਬੰਦੂਕ 'ਚ ਹੀ ਪਿੱਛੇ ਲੁਕਾ ਦੇਾਂਗੇ। ਜਦੋਂ ਤੈਨੂੰ ਮਿਲਣ ਆਵੇਗਾ ਉਹਨੂੰ ਕਹਾਂਗੇ ਗੋਲੀ ਮਾਰ ਦੇ, ਇਹਨੂੰ ਪਤਾ ਹੀ ਨਾ ਲੱਗੇ ਗੋਲੀ ਕਿੱਥੋਂ ਆਈ ਤੇ ਮਾਰਿਆ ਜਾਏਗਾ। ਤਾਕ ਰਿਦੇ ਮੈਂ ਮਾਰੇ ਗੋਰੀ, ਤੇ ਗੋਲੀ ਵੀ ਐਨ ਇਹਦੀ ਛਾਤੀ ਦੇ ਵਿੱਚ ਪੂਰਾ ਨਿਸ਼ਾਨਾ ਲਾ ਕੇ ਦਿਲ ਵਾਲੀ ਥਾਂ ਤੇ ਚਲਾਵਾਂਗੇ। ਗਿਰੇ ਮਰੇ ਤਤ ਛਿਨੋਰ ਫੋਰੀ, ਜਦੋਂ ਛਾਤੀ ਟੁੱਟੇਗੀ ਇਹਦੀ, ਡਿੱਗੇਗਾ ਜ਼ਮੀਨ ਤੇ ਮਰ ਜਾਵੇਗਾ। ਇਮ ਸਲਾਹ ਕਰ ਸੁਪਤੇ ਰਾਤੀ, ਏਦਾਂ ਸਲਾਹ ਕਰਕੇ ਮਸੰਦ ਤੇ ਧੀਰਮਲ ਰਾਤ ਨੂੰ ਸੌਂ ਗਏ। ਆਇਓ ਮੰਦ ਜਬੇ ਹੋਏ ਪ੍ਰਾਤੀ, ਇਹ ਮਾੜੀ ਮੱਤ ਵਾਲਾ ਨੰਦ ਚੰਦ ਜਦੋਂ ਸਵੇਰ ਹੋਈ ਤੇ ਧੀਰਮਲ ਨੂੰ ਮਿਲਣ ਚੱਲਿਆ, ਕਰਿਓ ਤਿੰਨ ਤੂਰਨ ਮਾਰੀ। ਕਹਿੰਦੇ ਅੰਦਰ ਗਿਆ, ਬਾਕੀ ਇਹਦੇ ਚੇਲੇ ਬਾਹਰ ਹੀ ਸਨ। ਨੰਦ ਚੰਦ ਨੂੰ ਕੀ ਪਤਾ ਸੀ ਵੀ ਅੱਗੇ ਹੋਣੀ ਆ ਗਈ ਹੈ। ਅੱਗੇ ਜਿਹੜਾ ਬੰਦੂਕ ਚੀ ਸੀ ਉਹਨਾਂ ਨੇ ਲੁਕਾ ਕੇ ਬਿਠਾਇਆ ਹੋਇਆ ਸੀ। ਜਦੋਂ ਇਹ ਆਇਆ ਉਹਨੇ ਗੋਲੀ ਤੱਕ ਕੇ ਚਲਾਈ, ਲਗੀ ਜਾਂਗ ਹੱਡ ਟੂਟੇ ਉਪਾਰੀ। ਦੇਵ ਨੇ ਤੈਸੀ ਵੀ ਗੋਲੀ ਛਾਤੀ 'ਚ ਵੱਜਣ ਦੀ ਬਜਾਏ ਦੇ ਪੱਟ ਦੇ ਵਿੱਚ ਆ ਕੇ ਵੱਜੀ ਤੇ ਪੱਟ ਟੁੱਟ ਗਿਆ। ਇਤੇ ਉਤ ਹੇਰਤ ਖੜਗ ਨਿਕਾਸੀ, ਇੱਧਰ ਉੱਧਰ ਵੇਖਣ ਲੱਗਾ ਵੀ ਕਿਹਨੇ ਚਲਾਈ ਆ ਗੋਲੀ। ਮਿਆਨ 'ਚੋਂ ਤਲਵਾਰ ਕੱਢ ਲਈ ਨੰਦ ਚੰਦ ਨੇ, ਹੈ ਤਾਂ ਸੂਰਮਾ ਹੀ ਸੀ ਨਾ, ਤੇ ਗੁਰੂ ਸਾਹਿਬ ਨੇ ਸਿੱਖਿਆ ਦਿੱਤੀ ਹੋਈ ਸੀ ਸ਼ਸਤਰ ਧਾਰੀ ਹੋਣ ਦੀ। ਤਲਵਾਰ ਕੱਢ ਲਈ, ਇਸਨੇ ਓਚਕ ਮੋਏ ਬਿਨਾਸੀ। ਵੇਖਦਾ ਕਹਿੰਦਾ ਅਚਾਨਕ ਕਿਸ ਨੇ ਗੋਲੀ ਚਲਾ ਕੇ ਮੈਨੂੰ ਮਾਰਨਾ ਚਾਹਿਆ ਹੈ। ਦੋਨੋਂ ਦਿਸ਼ ਕਪਾਟ ਪਿਰਵਾਏ, ਧੀਰਮਲ ਨੇ ਇਸ਼ਾਰਾ ਕਰਕੇ ਦਰਵਾਜ਼ੇ ਬੰਦ ਕਰਾ ਦਿੱਤੇ। ਜਿਹੜੇ ਕਮਰੇ 'ਚ ਆਇਆ ਸੀ ਨਾ, ਉਹ ਦਰਵਾਜ਼ੇ ਦੋਹਾਂ ਪਾਸਿਆਂ ਦੇ ਬੰਦ ਕਰਾ ਦਿੱਤੇ ਵੀ ਬਾਹਰ ਨਾ ਦੌੜ ਸਕੇ। ਦੇਖ ਰਿਓ ਨੇ ਨਿਕਸਨ ਪਾਏ, ਇਹ ਆਲੇ ਦੁਆਲੇ ਵੇਖਦਾ ਰਿਹਾ ਵੀ ਨਿਕਲਾਂ ਕਿਸ ਪਾਸੋਂ ਹੈ, ਵੀ ਕੱਲਾ ਹੀ ਅੰਦਰ ਕਾਬੂ ਆ ਗਿਆ ਤੇ ਦਰਵਾਜ਼ੇ ਬੰਦ ਹੋ ਗਏ। ਖਰੋ ਨਿਕਟ ਕੋ ਜਾਏ ਨ ਸਕਈ, ਤੇ ਨੇੜੇ ਕੋਈ ਖੜੇ ਇਹਦੇ ਕੋਲ ਜਾ ਨਾ ਸਕੇ ਵੀ ਕੋਲ ਜਾ ਕੇ ਇਹਨੂੰ ਮਾਰੀਏ ਕਿਵੇਂ। ਤਲਵਾਰ ਫੜੀ ਹੱਥ ਵਿੱਚ ਇਹਨੇ, ਕਿਮ ਸੰਘਾਰੇ ਕਾਤ ਨ ਤਕਈ। ਵੇਖਦੇ ਨੇ ਕਿਵੇਂ ਮਾਰੀਏ ਤਾਂ ਜ਼ਖਮੀ ਹੋ ਗਿਆ ਪਰ ਮਰਿਆ ਨਹੀਂ। ਛਾਤ ਉਖੇਰ ਛੇਕ ਕਰ ਏਰਾ, ਇਹਨਾਂ ਕੀ ਕੀਤਾ, ਉਤੋਂ ਛੱਤ ਪੁੱਟੀ, ਛੱਤ ਪੁੱਟ ਕੇ ਉਹਦੇ ਵਿੱਚੋਂ ਛੇਕ ਕੱਢਿਆ। ਖਰੋ ਕ੍ਰੋਧ ਤੇ ਵੀਰ ਬਡੇਰਾ, ਉੱਪਰਲੇ ਪਾਸੇ ਉਹਨਾਂ ਨੇ ਵੇਖਿਆ ਛੇਕ 'ਚ ਥੱਲੇ ਖਲੋਤਾ ਨੰਦ ਚੰਦ ਬੜਾ ਯੋਧਾ ਹੈ। ਜਥਾ ਕਿਹਰੀ ਪਿੰਜਰੇ ਡਾਰੇ, ਜਿਵੇਂ ਕੋਈ ਸ਼ੇਰ ਪਿੰਜਰੇ 'ਚ ਪਾਇਆ ਹੁੰਦਾ ਏਦਾਂ ਪਾਇਆ ਹੋਇਆ ਇਹਨੂੰ ਬੰਦ ਕਮਰੇ ਵਿੱਚ। ਹੱਥ ਗੋਰੀ ਬੋ ਫੇਰ ਸੰਘਾਰੇ, ਕਹਿੰਦੇ ਉੱਤੋਂ ਗੋਲੀਆਂ 5-4 ਚਲਾਈਆਂ ਤਾਂ ਜਾ ਕੇ ਨੰਦ ਚੰਦ ਇਹਨਾਂ ਨੇ ਅੰਦਰ ਘੇਰ ਕੇ ਮਾਰਿਆ। ਖੈਂਚ ਪੋਰ ਤੇ ਵਹਿਰ ਗਿਰਾਇਓ, ਜਦੋਂ ਮਰ ਗਿਆ ਤੇ ਇਹਦੀ ਲੋਥ ਖਿੱਚ ਕੇ ਕਮਰੇ 'ਚੋਂ ਬਾਹਰ ਸੁੱਟ ਦਿੱਤੀ। ਪਟ ਸੰਗੀ ਤਤਕਾਲੇ ਉਠਾਇਓ, ਇਹਦੇ ਨਾਲ ਦੇ ਜਿਹੜੇ ਸਿਪਾਹੀ ਸੀ ਉਹਨਾਂ ਨੂੰ ਕਹਿ ਦਿੱਤਾ ਲੈ ਜਾਓ ਚੁੱਕ ਕੇ ਇਹਨੂੰ ਆਪਣੇ ਦੀਵਾਨ ਨੂੰ, ਵੱਡੇ ਨੂੰ, ਜਿਹੜਾ ਕਹਿੰਦਾ ਸੀ ਮੈਂ ਆਪਣੇ ਚੋਲੇ ਦੀ ਕਲੀ ਝਾੜ ਕੇ ਗੁਰੂ ਬਣਾ ਦਿੰਨਾ, ਲੈ ਜਾਓ ਇਹਨੂੰ ਆਪਣੇ ਨਾਲ।
ਕਹਿੰਦੇ ਚੁੱਕ ਕੇ ਉਹਨੂੰ ਉਸੇ ਵੇਲੇ ਸਿਪਾਹੀ ਇਹਦੇ ਲੈ ਗਏ। ਕਾਲੇ ਸੰਗਾ ਫੂਕੇ ਉਜਾਏ। ਆ ਫਗਵਾੜੇ ਦੇ ਲਾਗੇ ਜਲੰਧਰ ਦੇ ਨੇੜੇ ਕਾਲਾ ਸੰਘਾ ਪਿੰਡ ਹੈ, ਉੱਥੇ ਜਾ ਕੇ ਕਹਿੰਦੇ ਇਹਦੇ ਸਰੀਰ ਦਾ ਉਹਨਾਂ ਨੇ ਸੰਸਕਾਰ ਕੀਤਾ। ਮਿਰਤਕ ਪਇਓ ਇਮ ਧਰਮ ਗਵਾਏ। ਇਹ ਤਾਂ ਆਪਣਾ ਧਰਮ ਗਵਾ ਕੇ ਆਨੰਦ ਚੰਦ ਦੀ ਮੌਤ ਹੋ ਗਈ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਜੋ ਬਚਨ ਕਹੇ ਸਨ, ਕਿਉਂਕਿ ਸਾਹਿਬ ਜਾਣੀ ਜਾਣ ਨੇ ਆਉਣ ਵਾਲੇ ਸਮੇਂ 'ਚ ਕੀ ਵਰਤਣਾ ਪਾਤਸ਼ਾਹ ਜਾਣਦੇ ਹਨ। ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਦਰ ਘਰ ਦੀ ਪਵਿੱਤਰ ਅੰਮ੍ਰਿਤ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਇਹ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੁਰਨ ਹੈ ਸਰਬਮੈ ਮੁਖ ਪੰਜਨ ਗੁਣਤਾਸ ਹੈ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਵਟੇ ਹੈ ਗੋਬਿੰਦ ਹੈ ਗੁਣ ਨਿਧਾਨ ਜਾਂ ਕੇ ਸਦਾ ਵਿਵੇਕ ਹੈ ਅਪਰੰਪਰ ਹਰ ਹਰੇ ਐ ਪੀਓ ਅਣਿਆਰ हे संत कै सदा संग ਨੀਧਾਰਾ ਆਧਾਰ हे ठाकुर हो दासरो ਮੈਂ ਨਿਰਗੁਣ ਗੁਣ ਨਹੀਂ ਕੋਏ नानक दीजै नाम दान ਰਾਖੋਈ ਐ ਪਰੋਏ प्रभ शरणागति ਕਿਰਪਾ ਨਿਧ ਦਿਆਲ एक अखर हर मन बस्त ਨਾਨਕ ਓਤ ਨਿਹਾਲ वाहिगुरु नाम जहाज है ਚੜੇ ਸੋ ਤੇਰੇ ਪਾਰ जो शरदा कर से बंदे ਗੁਰ ਪਾਰੇ ਉਤਾਰਨਾਰ वाहिगुरु नाम जहाज है ਚੜੇ ਸੋ ਤੇਰੇ ਪਾਰ जो शरदा कर से बंदे ਗੁਰ ਪਾਰੇ ਉਤਾਰਨਾਰ वाहिगुरु जी का खालसा वाहिगुरु जी की फतेह।